My dear students of 8th class, today I am going to solve the activities and question answer for you. This is our second activity. It is related with the vocabulary expansion. Given below are few words. Write them in the order as they appear in a dictionary. सो बच्चों थल्ले कुछ वर्ड्स ਦਿੱਤੇ ਆ 20 वर्ड्स ਕਰਨਾ ਕੀ ਅਸੀਂ ਡਿਕਸ਼ਨਰੀ ਤੁਹਾਡੇ ਕੋਲ ਸਾਰਿਆਂ ਕੋਲ ਹੋਣਗੀਆਂ ਜਿਸ ਤਰ੍ਹਾਂ ਡਿਕਸ਼ਨਰੀ ਦੇ ਵਿੱਚ ਵਰਡਸ ਲਿਖੇ ਹੁੰਦੇ ਆ ਆਪਾਂ ਉਸੇ ਹਿਸਾਬ ਨਾਲ ਇਹਨਾਂ ਨੂੰ ਸੀਰੀਅਲ ਵਾਈਜ਼ ਕਰਨਾ ਆ ਯਾਨੀ ਆਪਾਂ ਇਹ ਦੇਖਣਾ ਵੀ ਸਭ ਤੋਂ ਪਹਿਲਾਂ ਵਰਡ ਕਿਹੜਾ ਆਏਗਾ ਫਿਰ ਉਹ ਸੈਕਿੰਡ ਕਿਹੜਾ ਆਏਗਾ ਥਰਡ ਕਿਹੜਾ ਆਏਗਾ ਇਸ ਤਰ੍ਹਾਂ ਕਰਕੇ 20 ਦੇ 20 ਆਪਾਂ ਲੱਭਣੇ ਆ ਸੀਕੁਐਂਸ ਵਾਈਜ਼ ਤਾਂ ਜਿਹੜੇ ਵਰਡਸ ਦਿੱਤੇ ਆ ਦੇਖੋ ਹੁਣ ਕਿਉਂਕਿ ਡਿਕਸ਼ਨਰੀ ਦੇ ਵਿੱਚ ਏ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਏ ਵਾਲੇ ਵਰਡਸ ਦੇਖਣੇ ਆ ਜਿਵੇਂ ਕੁਛ ਆ ਥੱਲੇ ਗ੍ਰੀਨ ਜਿਹੜਾ ਡੱਬਾ ਜਿਹਾ ਬਣਿਆ ਇਹਦੇ ਵਿੱਚ ਕੁਛ ਮੈਂ ਸੋਲਵ ਤੁਹਾਡੇ ਲਈ ਕੀਤੇ ਸਾਰੇ ਨਹੀਂ ਹੈਗੇ ਕੁਛ ਤੁਸੀਂ ਆਪ ਕਰਨੇ ਆ ਹੁਣ ਆਪਾਂ ਜੇ ਦੇਖਾਂਗੇ ਇਹਦੇ ਵਿੱਚ ਏ ਵਾਲੇ ਵਰਡ ਜਿਹੜੇ ਹੈਗੇ ਦੋ ਆ ਇੱਕ ਹੈਗਾ ਆ ਅਕਾਊਂਟ ਇੱਕ ਹੈਗਾ ਅਰੇਂਜ ਹੁਣ ਜਦੋਂ ਅਸੀਂ ਏ ਵਾਲੇ ਵਰਡ ਕਰਨੇ ਫਿਰ ਅਸੀਂ ਇਹ ਦੇਖਣਾ ਵੀ ਇਹ ਦੋਵੇਂ ਏ ਤੋਂ ਸਟਾਰਟ ਹੁੰਦੇ ਆ ਅਤੇ ਪਹਿਲਾਂ ਕਿਹੜਾ ਲਿਖਾਂਗੇ ਫਿਰ ਜੇ ਅਸੀਂ ਪਹਿਲਾ ਅਕਸ਼ਰ ਸੇਮ ਹੋਊਗਾ ਤਾਂ ਆਪਾਂ ਸੈਕਿੰਡ ਵਾਲਾ ਦੇਖਣਾ ਵੀ ਸੈਕਿੰਡ ਵਾਲਾ ਐਲਫਾਬੈਟ ਕਿਹੜਾ ਹੈਗਾ ਹੁਣ ਏ ਤੋਂ ਬਾਅਦ ਸੀ ਆ ਇੱਕ ਪਾਸੇ ਏ ਤੋਂ ਬਾਅਦ ਆਰ ਆ ਕਿਉਂਕਿ ਸੀ ਪਹਿਲਾਂ ਆਉਂਦਾ ਇਸ ਕਰਕੇ ਅਕਾਊਂਟ ਪਹਿਲਾਂ ਆਏਗਾ ਆਰ ਬਾਅਦ 'ਚ ਆਉਂਦਾ ਇਸ ਕਰਕੇ ਅਰੇਂਜ ਬਾਅਦ 'ਚ ਆਏਗਾ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਦੀ ਸੀਕੁਐਂਸ ਲੱਭਣੀ ਆ ਉਸ ਤੋਂ ਬਾਅਦ ਕੰਜ਼ਿਊਮਰਿਸਟ ਆ ਫਿਰ ਡੀ ਵਾਲੇ ਫਿਰ ਦੋ ਆ ਜਾਂਦੇ ਆ ਫਿਰ ਆਪਾਂ ਦੇਖਾਂਗੇ ਨੈਕਸਟ ਐਲਫਾਬੈਟ ਕੀ ਹੈਗਾ ਇੱਕ ਪਾਸੇ ਈ ਹੈ ਅਤੇ ਇੱਕ ਪਾਸੇ ਆਈ ਆ DEDI ਸੋ ਈ ਪਹਿਲਾਂ ਆਉਂਦਾ ਇਸ ਕਰਕੇ ਆਪਾਂ ਡਿਸਾਈਡਡ ਪਹਿਲਾਂ ਲਿਖਿਆ ਫਿਰ ਡਿਜ਼ਾਸਟਰ ਬਾਅਦ ਲਿਖਿਆ ਠੀਕ ਹੈ ਡੀ ਤੋਂ ਬਾਅਦ ਈ ਵਾਲੇ ਦੇਖਣੇ ਆ ਫਿਰ ਐਫ ਵਾਲੇ ਫਿਰ ਜੀ ਵਾਲੇ ਹੁਣ ਇਸ ਤਰ੍ਹਾਂ ਕਰਕੇ ਕਰਦੇ ਦੇਖੋ ਐਮ ਵਾਲੇ 3 ਵਰਡ ਆ ਜਾਂਦੇ ਆ ਇੱਕ ਹੈ ਮਸ਼ੀਨ ਇੱਕ ਹੈ ਮਾਰਕੀਟ ਇੱਕ ਹੈ ਮਨੀ ਹੁਣ ਐਮ ਸੇਮ ਆ ਪਹਿਲਾਂ ਦੂਸਰਾ ਦੇਖੋ ਮਸ਼ੀਨ 'ਚ ਏ ਵੀ ਲੱਗਾ ਆ ਮਾਰਕੀਟ 'ਚ ਵੀ ਏ ਲੱਗਾ ਇਹ ਦੋਵੇਂ ਸੇਮ ਆ ਫਿਰ ਜੇ ਦੋਵੇਂ ਸੇਮ ਆ ਪਹਿਲਾ ਅਤੇ ਦੂਸਰਾ ਐਲਫਾਬੈਟ ਤਾਂ ਆਪਾਂ ਤੀਸਰਾ ਦੇਖਣਾ ਤੀਸਰਾ ਕੀ ਹੈ ਸੀ ਆ ਅਤੇ ਉੱਧਰ ਆਰ ਆ ਤਾਂ ਸੀ ਪਹਿਲਾਂ ਆਏਗਾ ਇਸ ਕਰਕੇ ਆਪਾਂ ਮਸ਼ੀਨ ਪਹਿਲਾਂ ਲਿਖਾਂਗੇ ਮਾਰਕੀਟ ਨੂੰ ਬਾਅਦ 'ਚ ਲਿਖਾਂਗੇ ਅਤੇ ਮਨੀ MO ਤੋਂ ਬਾਅਦ ਉਹ ਤਾਂ ਆਪੇ ਤੀਸਰੇ ਨੰਬਰ 'ਤੇ ਆਉਣਾ ਠੀਕ ਹੈ MN ਦਾ ਕੋਈ ਨਹੀਂ ਹੈਗਾ O ਵਾਲਾ ਵੀ ਕੋਈ ਨਹੀਂ ਹੈਗਾ ਫਿਰ P ਦਾ ਪਰਸੂਏਡ ਆ ਇਸ ਤਰ੍ਹਾਂ ਕਰਦੇ ਹੋਏ ਬੱਚੇ ਆਹ ਕੁਛ ਤੁਹਾਨੂੰ ਸੋਲਵ ਕਰਕੇ ਦਿੱਤੇ ਹੋਏ ਆ ਉਸ ਤੋਂ ਅਗਲੇ ਕੁਛ ਤੁਸੀਂ ਆਪ ਖੁਦ ਸੋਲਵ ਕਰਨੇ ਆ ਠੀਕ ਹੈ ਬੱਚਿਓ ਨੈਕਸਟ ਦੇਖਦੇ ਹਾਂ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ ਆਨਸਰ ਦੇਣੇ ਕੁਐਸਚਨਸ ਦੇ ਕੁਛ ਕੁਐਸਚਨ ਜਿਹੜੇ ਹੈਗੇ ਆ ਆਪਾਂ ਇਸ ਲੈਸਨ ਦੇ ਵਿੱਚੋਂ ਜਿਹੜਾ ਲੈਸਨ ਦਾ ਵੀਡੀਓ ਮੈਂ ਤੁਹਾਨੂੰ ਪਹਿਲਾਂ ਭੇਜ ਚੁੱਕਿਆ ਹਾਂ ਜੇ ਕਿਸੇ ਬੱਚੇ ਨੇ ਉਹ ਨਹੀਂ ਦੇਖਿਆ ਤਾਂ ਉਹਨੂੰ ਧਿਆਨ ਨਾਲ ਦੇਖ ਲਓ ਕਿਉਂਕਿ ਜਦੋਂ ਆਪਾਂ ਉਹਨੂੰ ਦੇਖਾਂਗੇ ਤਾਂ ਸਾਨੂੰ ਸਾਰੀ ਸਟੋਰੀ ਸਾਰੇ ਲੈਸਨ ਦੇ ਵਿੱਚ ਕੀ ਕਿਹਾ ਜਾ ਰਿਹਾ ਸਮਝ ਲੱਗ ਜਾਏਗਾ ਤਾਂ ਫਸਟ ਕੁਐਸਚਨ ਆ ਵਟ ਮੇਡ ਦਾ ਨਰੇਟਰ ਅਨਹੈਪੀ ਨਰੇਟਰ ਜਿਸ ਬੰਦੇ ਨੇ ਉਹ ਲੈਸਨ ਲਿਖਿਆ ਜਾਂ ਉਹ ਗੱਲ ਲਿਖੀ ਆ ਉਹ ਗੱਲ ਜਿਹੜੀ ਸਾਨੂੰ ਸੁਣਾਈ ਆ ਕਿਸੇ ਨੂੰ ਉਹਨੂੰ ਆਪਾਂ ਨਰੇਟਰ ਕਹਿੰਦੇ ਆ ਵੀ ਉਹ ਅਨਹੈਪੀ ਹੈਪੀ ਹੁੰਦਾ ਖੁਸ਼ ਅਨਹੈਪੀ ਮਤਲਬ ਨਾ ਖੁਸ਼ ਦ ਲਿਮੀਟੇਸ਼ਨਸ ਆਫ ਹਿਜ਼ ਓਨ ਕੰਪਿਊਟਰ ਮੇਡ ਹਿਮ ਅਨਹੈਪੀ ਉਹਦੇ ਕੋਲ ਪੁਰਾਣਾ ਕੰਪਿਊਟਰ ਸੀਗਾ ਠੀਕ ਹੈ ਕਿਤੇ ਨਾ ਕਿਤੇ ਉਹਨੂੰ ਪ੍ਰੋਬਲਮ ਆ ਜਾਂਦੀ ਸੀ ਕੁਛ ਉਹ ਚੀਜ਼ ਕਰਨਾ ਚਾਹੁੰਦਾ ਸੀ ਪਰ ਉਹ ਕੰਪਿਊਟਰ ਨਹੀਂ ਕਰਦਾ ਸੀ ਇਸ ਕਰਕੇ ਉਹ ਅਨਹੈਪੀ ਸੀ ਲਿਮੀਟੇਸ਼ਨ ਹੁੰਦਾ ਰੋਕਾਂ ਸੀਮਾਵਾਂ ਹੱਦਾਂ ਵੀ ਉਸ ਲੈਵਲ ਤੋਂ ਉਹ ਅੱਗੇ ਨਹੀਂ ਜਾ ਪਾਉਂਦਾ ਸੀ ਪੁਰਾਣੀ ਚੀਜ਼ ਵਿੱਚ ਕਈ ਵਾਰੀ ਆਪਾਂ ਮੋਬਾਈਲ 'ਚ ਦੇਖਦੇ ਹਾਂ ਤਾਂ ਬਹੁਤ ਸਾਰੇ ਫੰਕਸ਼ਨ ਨਹੀਂ ਹੁੰਦੇ ਨਵੇਂ 'ਚ ਹੁੰਦੇ ਆ ਤਾਂ ਅਸੀਂ ਉਹਨੂੰ ਲਿਮੀਟੇਸ਼ਨ ਕਹਿ ਦਿੰਦੇ ਵੀ ਆਹ ਚੀਜ਼ ਉਹਦੇ ਵਿੱਚ ਨਹੀਂ ਹੈਗੀ ਵਟ ਵਾਜ਼ ਦਾ ਨਰੇਟਰ ਅਬਸੈਸਡ ਵਿਦ ਅਬਸੈਸ ਵਰਡ ਕੀਤਾ ਸੀ ਅਬਸੈਸ ਦਾ ਮਤਲਬ ਹੁੰਦਾ ਜਨੂਨ ਸਵਾਰ ਹੋਣਾ ਭੂਤ ਸਵਾਰ ਹੋਣਾ ਤਾਂ ਨਰੇਟਰ ਦੇ ਉੱਤੇ ਕਾਹਦਾ ਭੂਤ ਸਵਾਰ ਸੀ ਦਾ ਨਰੇਟਰ ਵਾਜ਼ ਅਬਸੈਸਡ ਵਿਦ ਅ ਬੈਲ ਕੰਪਿਊਟਰ ਵਿਚ ਹੀ ਵਾਂਟਡ ਟੂ ਪਰਚੇਜ਼ ਹੁੰਦਾ ਖਰੀਦਣਾ ਉਹ ਟੀ ਵੀ ਦੇਖ ਰਿਹਾ ਸੀ ਟੀ ਵੀ 'ਤੇ ਐਡ ਬਾਰ-ਬਾਰ ਆ ਰਹੀ ਸੀ ਬੈਲ ਕੰਪਿਊਟਰ ਦੀ ਅਤੇ ਉਹ ਕੰਪਿਊਟਰ ਲੈਣਾ ਚਾਹੁੰਦਾ ਸੀ ਉਹਦੇ ਦਿਮਾਗ 'ਤੇ ਉਸ ਗੱਲ ਦਾ ਭੂਤ ਸਵਾਰ ਸੀ ਉਹਨੂੰ ਅਬਸੈਸ ਵਰਡ ਯੂਜ਼ ਕੀਤਾ ਵਟ ਵਰ ਟੂ
ਫੀਚਰਸ ਆਫ ਬੈਲ ਕੰਪਿਊਟਰ ਦੈਟ ਵਰ ਬੀਇੰਗ ਐਡਵਰਟਾਈਜ਼ ਔਨ ਟੀਵੀ ਦੇ ਉੱਤੇ ਜਿਹੜੀ ਮਸ਼ਹੂਰੀ ਆ ਰਹੀ ਸੀ ਉਹਦੇ ਵਿੱਚ ਕਿਹੜੀਆਂ ਦੋ ਵਿਸ਼ੇਸ਼ਤਾਵਾਂ ਉਸ ਬੈਲ ਕੰਪਿਊਟਰ ਦੀਆਂ ਦੱਸੀਆਂ ਜਾ ਰਹੀਆਂ ਸਨ ਜਿਸ ਕਰਕੇ ਉਹ ਉਹਦੇ ਵੱਲ ਆਕਰਸ਼ਿਤ ਹੋਇਆ। ਦ ਫੀਚਰ ਆਫ ਬੈਲ ਕੰਪਿਊਟਰ ਵਰ ਇਟ ਹੈਡ ਦਾ ਫਾਸਟੈਸਟ ਪ੍ਰੋਸੈਸਰ। ਪਹਿਲੀ ਸੀ ਵੀ ਇਹਦਾ ਪ੍ਰੋਸੈਸਰ ਫਾਸਟ ਆ, ਯਾਨੀ ਜਿਹੜਾ ਵੀ ਕੰਮ ਆਪਾਂ ਕਰਨਾ ਬੜੀ ਤੇਜ਼ੀ ਨਾਲ ਹੋਊਗਾ। ਆਪਾਂ ਮੋਬਾਈਲ 'ਤੇ ਕਈ ਵਾਰੀ ਕੋਈ ਕੰਮ ਕਰਦੇ ਹਾਂ ਨਾ, ਤਾਂ ਉਹਦੇ ਵਿੱਚ ਕੀ ਹੁੰਦਾ ਸੀ, ਕਮਾਂਡ ਦਿੱਤੀ ਹੁੰਦੀ ਅਤੇ ਕਿੰਨਾ ਚਿਰ ਆਪਾਂ ਦੇਖਦੇ ਰਹਿੰਦੇ ਹਾਂ ਵੀ ਉਹ ਹਲੀ 'ਚ ਘੁੰਮੀ ਜਾਂਦਾ, ਉਹ ਜਿਹੜਾ ਕੰਮ ਨਹੀਂ ਕਰਦਾ। ਅਤੇ ਜਿਹੜੇ ਪੁਰਾਣੀਆਂ ਚੀਜ਼ਾਂ, ਪੁਰਾਣੇ ਪ੍ਰੋਸੈਸਰ ਆ ਉਹਦੇ ਵਿੱਚ ਸਪੀਡ ਘੱਟ ਹੁੰਦੀ। ਜਿਹੜੇ ਨਵੇਂ ਹੁੰਦੇ ਉਹ 'ਚ ਜਦੋਂ ਤੁਸੀਂ ਇੰਸਟਰਕਸ਼ਨ ਦਿੰਦੇ, ਜਦੋਂ ਵੀ ਕੁਛ ਲਿਖਦੇ ਆ ਤਾਂ ਉਹ ਫਟਾਫਟ ਤੁਹਾਨੂੰ ਜਿਹੜਾ ਅਗਲਾ ਐਕਸ਼ਨ ਕਰਕੇ ਦਿਖਾਉਂਦਾ। ਤਾਂ ਉਹਦਾ ਜਿਹੜਾ ਪ੍ਰੋਸੈਸਰ ਸੀਗਾ ਫਾਸਟ ਸੀ। ਅਨਬਿਲੀਵੇਬਲੀ ਹਾਈ ਸਟੋਰੇਜ, ਉਹਦੀ ਸਟੋਰੇਜ ਫੋਟੋ ਵੀਡੀਓ ਸੇਵ ਕਰਨ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਸੀ। ਵਟ ਆਫਰ ਡਿਡ ਦਾ ਪੇਰੈਂਟਸ ਗਿਵ ਟੂ ਦਾ ਨਰੇਟਰ। ਨਰੇਟਰ ਦੇ ਲੇਖਕ ਦੇ ਪੇਰੈਂਟਸ ਨੇ ਕੀ, ਮਾਂ ਪਿਓ ਨੇ ਕੀ ਉਹਨੂੰ ਆਫਰ ਦਿੱਤੀ। ਦਾ ਪੇਰੈਂਟਸ ਆਫਰ ਦਾ ਨਰੇਟਰ ਏ ਚਾਂਸ ਟੂ ਅਰਨ ਮਤਲਬ ਕਮਾਉਣਾ, ਮਨੀ ਬਾਈ ਡੂਇੰਗ ਹਾਊਸ ਹੋਲਡ ਚੋਜ਼ ਹੁੰਦਾ ਕੰਮ, ਹਾਊਸ ਹੋਲਡ ਘਰ ਦੇ। ਤਾਂ ਉਹਨਾਂ ਦੇ ਪੇਰੈਂਟਸ ਨੇ, ਉਸ ਦੇ ਪੇਰੈਂਟਸ ਨੇ ਇਹ ਕਿਹਾ ਉਸਨੂੰ ਵੀ ਤੂੰ ਪੈਸੇ ਕਮਾ ਸਕਦੀ ਆ, ਅਸੀਂ ਤੈਨੂੰ ਮੌਕਾ ਦਿੰਦੇ ਹਾਂ, ਤੂੰ ਘਰ ਦੇ ਕੰਮ ਕਰ, ਅਸੀਂ ਤੈਨੂੰ ਪੈਸੇ ਦੇਵਾਂਗੇ। ਵਿਚ ਟੂ ਥਿੰਗਸ ਡਿਡ ਨਰੇਟਰ ਡੂ ਟੂ ਕੰਪਲੀਟ ਦਾ ਚੋਜ਼। ਦੋ ਚੀਜ਼ਾਂ ਕਿਹੜੀਆਂ ਜਿਹੜੀਆਂ ਉਹਨੇ ਕੰਮ ਕਰਨ ਦੇ ਲਈ, ਘਰ ਦੇ ਕੰਮ ਦੇ ਲਈ ਜਿਹੜੀਆਂ ਉਹਨੇ ਕੀਤੀਆਂ। ਦ ਨਰੇਟਰ ਸਟਾਰਟਡ ਗੈਟਿੰਗ ਅਪ ਅਰਲੀ ਟੂ ਮੇਕ ਸਮ ਐਕਸਟਰਾ ਟਾਈਮ ਟੂ ਡੂ ਮੋਰ ਚੋਜ਼। ਪਹਿਲਾਂ ਉਹ ਲੇਟ ਉੱਠਦੀ ਸੀ, ਫਿਰ ਉਹਨੇ ਜਲਦੀ ਉੱਠਣਾ ਸ਼ੁਰੂ ਕਰਤਾ। ਪਹਿਲਾ ਕੰਮ ਤਾਂ ਇਹ ਕੀਤਾ। ਸ਼ੀ ਸਟਾਰਟਡ ਵਰਕਿੰਗ ਟਾਇਰਲੈਸਲੀ ਐਵਰੀ ਡੇ, ਉਹ ਬਿਨਾਂ ਥੱਕੇ ਹੋਏ ਲਗਾਤਾਰ ਕੰਮ ਕਰਦੀ ਸੀ। ਇਹ ਦੋ ਕੰਮ ਉਹਨੇ ਕਰਨੇ ਸ਼ੁਰੂ ਕੀਤੇ। ਵਟ ਹੈਪਨ ਵੈਨ ਦਾ ਨਰੇਟਰ ਵੈਂਟ ਟੂ ਦਾ ਸਟੋਰ ਟੂ ਆਰਡਰ ਦਾ ਕੰਪਿਊਟਰ ਸ਼ੀ ਵਾਂਟਿਡ। ਜਦੋਂ ਉਹ ਉਸ ਕੋਲ ਪੈਸੇ ਇਕੱਠੇ ਹੋ ਗਏ ਅਤੇ ਉਹ ਸਟੋਰ ਦੇ ਵਿੱਚ, ਬੈਲ ਵਾਲੇ ਸਟੋਰ 'ਚ ਗਈ ਤਾਂ ਕਿ ਉਹ ਕੰਪਿਊਟਰ ਨੂੰ ਲੈ ਸਕੇ। ਤਾਂ ਕੀ ਹੋਇਆ ਉੱਥੇ। ਵੈਨ ਦਾ ਨਰੇਟਰ ਵੈਂਟ ਟੂ ਦਾ ਸਟੋਰ ਟੂ ਆਰਡਰ ਦਾ ਕੰਪਿਊਟਰ ਸ਼ੀ ਵਾਜ਼ ਇਨਫੋਰਮਡ ਦੈਟ ਸ਼ੀ ਡਿਡਨਟ ਨੀਡ ਟੂ ਬਾਏ ਦੈਟ ਕੰਪਿਊਟਰ ਬਿਕੋਜ਼ ਅਨਦਰ ਕੰਪਿਊਟਰ with even faster speed and double the storage was going to be launched soon। launch ਮਤਲਬ ਆਉਣ ਵਾਲਾ ਜਾਂ ਸ਼ੁਰੂ ਹੋਣ ਵਾਲਾ। ਤਾਂ ਉਹਨੂੰ ਕੀ ਦੱਸਿਆ ਗਿਆ ਜਦੋਂ ਕੰਪਿਊਟਰ ਲੈਣ ਗਈ, ਤਾਂ ਜਿਹੜਾ ਉੱਥੇ ਬੈਠਾ ਸੀਗਾ ਇੰਪਲੋਈ, ਉਹਨੇ ਇਹ ਦੱਸਿਆ ਵੀ ਤੁਹਾਨੂੰ ਇਹ ਲੈਣ ਦੀ ਲੋੜ ਨਹੀਂ ਇਹ ਕੰਪਿਊਟਰ। ਕਿਉਂਕਿ ਅਸੀਂ ਅਗਲੇ ਹਫ਼ਤੇ ਇੱਕ ਨਵਾਂ ਕੰਪਿਊਟਰ ਲਾਂਚ ਕਰ ਰਹੇ ਹਾਂ, ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਪ੍ਰੋਸੈਸਰ ਹੋਰ ਵੀ ਤੇਜ਼ ਆ ਅਤੇ ਜਿਹਦੀ ਸਟੋਰੇਜ ਇਸ ਤੋਂ ਵੀ ਡਬਲ ਆ। ਤੁਸੀਂ ਆਹ ਨਾ ਲਓ, ਉਹ ਲੈ ਲਿਓ। ਵਾਈ ਡਿਡ ਸ਼ੀ ਡਿਸਾਈਡ ਅਗੇਂਸਟ ਬਾਇੰਗ ਦਾ ਕੰਪਿਊਟਰ ਸ਼ੀ ਵਾਜ਼ ਅਬਸੈਸਡ ਵਿਦ। ਫਿਰ ਉਹਨੇ ਕਿਉਂ ਤੈਅ ਕੀਤਾ ਵੀ ਮੈਂ ਜਿਹੜਾ ਆ ਜਿਸ ਕੰਪਿਊਟਰ ਦੇ ਲਈ ਉਹਦੇ 'ਤੇ ਜਨੂੰਨ ਸਵਾਰ ਸੀ, ਉਹਦੇ ਵਿਰੁੱਧ ਕਿਉਂ ਹੋ ਗਈ। ਦਾ ਆਥਰ ਡਿਡਨਟ ਵਾਂਟ to spend her hard earned money on something whose value will decrease with time। decrease ਮਤਲਬ ਘਟਣਾ। ਹੁਣ ਇਹ ਗੱਲ ਸਮਝ ਲੱਗ ਗਈ ਕਿ ਕੋਈ ਵੀ ਚੀਜ਼ ਜੇ ਆਪਾਂ ਲੈ ਕੇ ਆਉਂਦੇ ਹਾਂ, ਥੋੜ੍ਹੇ ਚਿਰ ਬਾਅਦ ਨਵੀਂ ਚੀਜ਼ ਆ ਜਾਂਦੀ ਉੱਦਾਂ ਦੀ, ਉੱਤੋਂ ਹੀ ਵਧੀਆ, ਸਾਡੀ ਚੀਜ਼ ਪੁਰਾਣੀ ਹੋ ਜਾਂਦੀ, ਉਹਦਾ ਮੁੱਲ ਘੱਟ ਜਾਂਦਾ। ਕਿਉਂਕਿ ਹਜੇ ਤਾਂ ਉਹਨੇ ਉਹ ਲੈਣ ਲਈ ਪੈਸੇ ਇਕੱਠੇ ਕੀਤੇ ਸੀਗੇ, ਉਸ ਕੰਪਿਊਟਰ ਨੂੰ ਲੈਣ ਲਈ ਨਵਾਂ ਹੀ ਸੀਗਾ, ਉਹਦੀ ਥਾਂ 'ਤੇ ਹੋਰ ਨਵਾਂ ਆ ਗਿਆ। ਤਾਂ ਉਹ ਗੱਲ ਸਮਝ ਲੱਗ ਗਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਫਾਇਦਾ ਨਹੀਂ। ਇਹਦੇ ਨਾਲ ਕੀ ਹੁੰਦਾ, ਜੇ ਚੀਜ਼ ਆਪਾਂ ਲਵਾਂਗੇ ਤਾਂ ਉਹਦਾ ਮੁੱਲ ਘਟੀ ਜਾਣਾ ਆ, ਉਹਦਾ ਫਾਇਦਾ ਕੋਈ ਨਹੀਂ ਹੋਣਾ ਸਾਨੂੰ। ਵਾਈ ਡਿਡ ਦਾ ਬੈਲ ਇੰਪਲੋਈ ਐਡਵਾਈਜ਼ ਦਾ ਨਰੇਟਰ ਟੂ ਵੇਟ ਫਾਰ ਫਿਊ ਡੇਜ਼। ਜਿਹੜਾ ਬੈਲ ਇੰਪਲੋਈ ਸੀਗਾ, ਜਿੱਥੇ ਉਹ ਕੰਪਿਊਟਰ ਲੈਣ ਗਈ ਸੀ, ਉਹਨੇ ਕਿਉਂ ਕਿਹਾ ਵੀ ਤੁਸੀਂ ਵੇਟ ਕਰੋ ਕੁਛ ਦਿਨ ਹੋਰ। The bell employee advised the narrator to wait for few more days because another computer with faster speed and double storage was to be launched in a few days। ਕਿਉਂਕਿ ਉਹਨੇ ਕਿਹਾ ਸੀ ਵੀ ਅਸੀਂ ਨਵਾਂ ਕੰਪਿਊਟਰ ਜਿਹੜਾ ਲਾਂਚ ਕਰਨ ਜਾ ਰਹੇ ਹਾਂ, ਕੰਪਨੀ ਨੇ ਨਵਾਂ ਕੰਪਿਊਟਰ ਬਣਾ ਲਿਆ, ਮਾਰਕੀਟ ਦੇ ਵਿੱਚ ਆਉਣ ਵਾਲਾ ਹੈ, ਤੁਸੀਂ ਇਹ ਨਾ ਲਓ, ਉਹ ਲੈ ਲਓ। ਸੋ ਇਹ ਸੀ ਸਾਡੀ ਐਕਟੀਵਿਟੀ 3। ਹੁਣ ਐਕਟੀਵਿਟੀ 4 ਆ, ਆਈਡੈਂਟੀਫਾਈ ਦਾ ਸਪੀਕਰ ਐਂਡ ਦਾ ਲਿਸਨਰ। ਸਪੀਕਰ ਬੋਲਣ ਵਾਲਾ, ਲਿਸਨਰ ਸੁਣਨ ਵਾਲਾ। ਯਾਨੀ ਜੋ ਲੈਸਨ ਆਪਾਂ ਪੜ੍ਹਿਆ ਉਹਦੇ ਵਿੱਚ ਬੋਲਣ ਵਾਲਾ ਕੌਣ ਆ,
ਤੇ ਸੁਣਨ ਵਾਲਾ ਕੌਣ। ਥੱਲੇ ਕੁਛ ਡਾਇਲੌਗ ਲਿਖੇ ਹੋਏ ਆ, ਬੋਲਿਆ ਕਿੰਨੇ ਤੇ ਸੁਣਿਆ ਕਿੰਨੇ। Oh, you don't need to buy that one. We have another one coming out soon. It is even faster and has double the storage. ਉਹ ਕਹਿੰਦਾ ਤੁਹਾਨੂੰ ਇਹ ਲੈਣ ਦੀ ਲੋੜ ਨਹੀਂ ਹੈਗੀ, ਅਸੀਂ ਨਵਾਂ ਕੰਪਿਊਟਰ ਜਿਹੜਾ ਲਾਂਚ ਕਰਨ ਜਾ ਰਹੇ ਹਾਂ ਉਹਦੀ ਸਟੋਰੇਜ ਵੀ ਜ਼ਿਆਦਾ ਆ ਅਤੇ ਉਹਦੀ ਸਪੀਡ ਵੀ ਜ਼ਿਆਦਾ ਆ। ਕਿਹਨੇ ਕਿਹਾ ਸੀ? ਇੰਪਲੋਈ ਨੇ ਕਿਹਾ ਸੀ। ਇੰਪਲੋਈ ਕੌਣ ਹੁੰਦਾ? ਕਰਮਚਾਰੀ। ਕਰਮਚਾਰੀ ਕੌਣ ਹੁੰਦਾ? ਜਿਹੜਾ ਬੰਦਾ ਕਿਸੇ ਦੁਕਾਨ 'ਤੇ, ਕਿਸੇ ਫੈਕਟਰੀ ਦੇ ਵਿੱਚ, ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦਾ ਆ, ਉਹਨੂੰ ਅਸੀਂ ਇੰਪਲੋਈ ਕਹਿੰਦੇ ਹਾਂ। ਕਿਹਨੂੰ ਕਿਹਾ? ਨਰੇਟਰ ਨੂੰ, ਕੁੜੀ ਨੂੰ, ਟੂ ਦਾ ਗਰਲ। ਪਲੀਜ਼ ਡੈਡ, ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ? ਕੀ ਤੁਹਾਨੂੰ ਕਿਸੇ ਹੋਰ ਮਦਦ ਦੀ ਲੋੜ ਹੈਗੀ ਆ? ਡੈਡ ਨੂੰ ਕਿਹਾ। ਡੈਡ ਵਿੱਚ ਵਰਡ ਆ ਗਿਆ, ਡੈਡ ਮੀਨਸ ਫਾਦਰ। ਫਾਦਰ ਨੂੰ ਕਿਹਨੇ ਕਿਹਾ? ਨਰੇਟਰ ਨੇ, ਗਰਲ ਨੇ ਕਿਹਾ। ਗਿਵ ਮੀ ਮੋਰ ਚੋਜ਼, ਵੀ ਮੈਨੂੰ ਹੋਰ ਕੰਮ ਦਿਓ। ਇਹ ਵੀ ਉਸ ਕੁੜੀ ਨੇ ਆਪਣੇ ਪਿਤਾ ਨੂੰ ਕਿਹਾ ਸੀ। ਸੋ ਐਕਟੀਵਿਟੀ 5 ਆ ਗਈ ਹੈ ਸਾਡੇ ਕੋਲ। ਥਿੰਕ ਐਂਡ ਡਿਸਕਸ ਵਿਦ ਯੂਰ ਪਾਰਟਨਰ ਦਾ ਗਿਵਨ ਸਿਨੈਰੀਓ। ਥੱਲੇ ਜੋ ਕੁਛ ਦਿੱਤਾ ਹੋਇਆ ਤੁਸੀਂ ਉਹਨੂੰ ਪੜ੍ਹਨਾ ਆ ਅਤੇ ਉਹ ਆਪਣੇ ਪਾਰਟਨਰ ਨਾਲ, ਯਾਨੀ ਆਪਣੇ ਸਾਥੀ ਦੇ ਨਾਲ ਡਿਸਕਸ ਕਰਨਾ ਆ। Oh, you don't need to buy that one. We have another one coming out soon. It is even faster and has double the storage. ਆਹ ਇੱਕ ਲਾਈਨ ਹੈਗੀ, ਪਰ ਕਈ ਵਾਰੀ ਰਿਪੀਟ ਕੀਤੀ ਹੈ ਵੀ ਤੁਹਾਨੂੰ ਇਹ ਲੈਣ ਦੀ ਲੋੜ ਨਹੀਂ, ਕਿਉਂਕਿ ਉਹ ਕੰਪਿਊਟਰ ਲੈਣ ਗਈ ਸੀ ਬੈਲ ਦਾ। ਉਹ ਇੰਪਲੋਈ ਕਹਿੰਦਾ ਤੁਹਾਨੂੰ ਲੈਣ ਦੀ ਲੋੜ ਨਹੀਂ, ਅਸੀਂ ਨਵਾਂ ਲਿਆ ਰਹੇ ਹਾਂ ਕੰਪਿਊਟਰ, ਉਹਦੀ ਸਪੀਡ ਵੀ ਜ਼ਿਆਦਾ ਆ ਅਤੇ ਉਹਦੀ ਸਟੋਰੇਜ ਸਮਰੱਥਾ ਵੀ ਜ਼ਿਆਦਾ ਆ। ਡੂ ਯੂ ਥਿੰਕ, ਕੀ ਤੁਸੀਂ ਸੋਚਦੇ ਹੋ? ਅੱਗੇ ਕੀ ਸੋਚਦੇ ਆ? ਇਟ ਵਾਜ਼ ਦਾ ਵਾਇਸ ਆਫ ਦਾ ਨਰੇਟਰ ਟੂ ਪੁੱਟ ਹਰ ਮਨੀ ਇਨ ਅ ਸੇਵਿੰਗ ਅਕਾਊਂਟ। ਵਾਈ ਨਾਟ? ਵਾਈਸ ਹੁੰਦਾ ਸਿਆਣਪ। ਕੀ ਉਹਦੇ 'ਚ ਉਹਦੀ ਸਿਆਣਪ ਸੀ? ਉਹਦੇ ਵਿੱਚ ਸਿਆਣਾ ਕੰਮ ਕੀਤਾ ਉਹਨੇ ਵੀ ਆਪਣੇ ਪੈਸੇ ਉਹਨੇ ਆਪਣੇ ਸੇਵਿੰਗ ਅਕਾਊਂਟ ਜਿਵੇਂ ਆਪਾਂ ਬੈਂਕ ਦਾ ਖਾਤਾ ਖੋਲ੍ਹਿਆ ਹੁੰਦਾ ਨਾ, ਉਹਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਉਹਨੂੰ ਸੇਵਿੰਗ ਅਕਾਊਂਟ ਕਹਿ ਦਿੰਦੇ। ਕਿਉਂ ਅਤੇ ਕਿਉਂ ਨਹੀਂ, ਦੋ ਚੀਜ਼ਾਂ ਦੱਸਣੀਆਂ ਵੀ ਜੇ ਉਹਨੇ ਸੇਵਿੰਗ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਏ ਅਤੇ ਉਹ ਸਿਆਣਾ ਕੰਮ ਸੀ, ਜੇ ਸਿਆਣਾ ਕੰਮ ਨਹੀਂ ਸੀ ਅਤੇ ਕਿਉਂ ਨਹੀਂ ਸੀ। ਤਾਂ ਮਨੀ ਡਿਪੋਜ਼ਿਟਡ ਇਨ ਸੇਵਿੰਗ ਅਕਾਊਂਟ ਵਿਲ ਗਰੋ ਇਨ ਫਿਊਚਰ। ਜਿਹੜੇ ਪੈਸੇ ਉਹਨੇ ਜਮ੍ਹਾਂ ਕਰਾਏ ਸੀ ਇੱਕ ਸੇਵਿੰਗ ਅਕਾਊਂਟ ਦੇ ਵਿੱਚ, ਉਹ ਵਧਣੇ ਸੀ। ਗਰੋ ਮਤਲਬ ਵਧਣਾ। ਕਿਵੇਂ ਵੱਧਦੇ? ਪੈਸੇ ਆਪਾਂ ਜਮ੍ਹਾਂ ਕਰਾਏ ਹੁੰਦੇ ਅਤੇ ਬੈਂਕ ਸਾਨੂੰ ਵਿਆਜ ਦਿੰਦਾ। ਬਟ ਔਨ ਦਾ ਅਦਰ ਸਾਈਡ ਨਿਊ ਟੈਕਨੋਲੋਜੀ ਵਿਲ ਹੈਲਪ ਯੂ ਮੋਰ ਇਨ ਯੂਰ ਵਰਕ। ਪਰ ਜਿੱਥੇ ਵਾਈ ਨਾਟ ਦੀ ਗੱਲ ਕੀਤੀ ਹੈ ਵੀ ਜੇ ਉਹ ਨਾ ਕਰਦੀ, ਉਹ ਕੰਪਿਊਟਰ ਲੈ ਲੈਂਦੀ, ਤਾਂ ਉਹਦੇ ਨਾਲ ਕੀ ਹੋਣਾ ਸੀਗਾ ਵੀ ਜਿਹੜੇ ਉਹ ਕੰਮ ਉਹਨੇ ਕੰਪਿਊਟਰ 'ਤੇ ਕਰਨੇ ਸੀ ਉਹਦੇ ਵਿੱਚ ਕੁਛ ਹੋਰ ਉਹਨੂੰ ਫਾਇਦਾ ਹੋਣਾ ਸੀ, ਚੰਗੀ ਤਰ੍ਹਾਂ ਕਰ ਸਕਦੀ ਸੀ। ਮਤਲਬ ਸਿਆਣਪ ਵੀ ਆ ਅਤੇ ਨਹੀਂ ਵੀ ਸਿਆਣਪ, ਦੋਵੇਂ ਚੀਜ਼ਾਂ ਦੱਸੀਆਂ। ਅਗਲੀ ਗੱਲ ਆ, ਕੁਛ ਵਿੱਚੋਂ ਦਿੱਤਾ ਹੋਇਆ ਮਿਸਿੰਗ ਆ ਸਾਡੇ ਕੋਲ। ਹੁਣ ਜਿਹੜੀ ਗੱਲ ਉਹਦੇ ਵਿੱਚ ਦਿੱਤੀ ਆ ਵੀ 2 ਮਹੀਨੇ ਹੋਰ ਜਿਹੜਾ ਕੰਮ ਉਹਨੇ ਕਰਨਾ ਸੀਗਾ ਨਵਾਂ ਕੰਪਿਊਟਰ ਲੈਣ ਲਈ, ਕੀ ਉਹਦਾ ਕੋਈ ਫਾਇਦਾ ਸੀਗਾ ਕਿ ਨੁਕਸਾਨ ਸੀ? ਵਾਈ ਔਰ ਵਾਈ ਨਾਟ? ਟੂ ਡੂ ਵਰਕ ਫਾਰ 2 months ਐਂਡ ਅਰਨ ਮਨੀ ਇਜ਼ ਗੁੱਡ। ਕੰਮ ਕਰਨਾ ਕਦੀ ਮਾੜਾ ਨਹੀਂ ਹੁੰਦਾ, ਕਿਉਂਕਿ ਉਹਨੂੰ ਪਤਾ ਸੀ ਵੀ ਜਿਵੇਂ ਨਵਾਂ ਕੰਪਿਊਟਰ ਲੈਣਾ ਤਾਂ ਮੈਨੂੰ 2 ਮਹੀਨੇ ਹੋਰ ਕੰਮ ਕਰਨਾ ਪੈਣਾ, ਫਿਰ ਮੇਰੇ ਕੋਲ ਇੰਨੇ ਕੁ ਪੈਸੇ ਇਕੱਠੇ ਹੋਣੇ ਵੀ ਮੈਂ ਫਿਰ ਲੈ ਸਕਦੀ ਹਾਂ। ਤਾਂ ਕੰਮ ਕਰਨਾ ਮਾੜਾ ਨਹੀਂ ਹੁੰਦਾ, ਪੈਸੇ ਕਮਾਉਣਾ ਵੀ ਮਾੜਾ ਨਹੀਂ ਹੁੰਦਾ। ਬਟ ਇਫ ਯੂ ਡੋਂਟ ਨੀਡ ਨਿਊ ਫੀਚਰਸ ਆਫ ਕੰਪਿਊਟਰ ਦੈਨ ਇਟ ਇਜ਼ ਵੇਸਟੇਜ ਆਫ ਟਾਈਮ। ਪਰ ਸਿਰਫ ਤੁਸੀਂ ਇਸ ਲਈ ਵੀ ਕੰਪਿਊਟਰ ਲੈਣਾ ਹੈ ਤਾਂ ਇਹ ਕੰਮ ਕਰੋ, ਪਰ ਉਹ ਕੰਪਿਊਟਰ ਦੇ ਵਿੱਚ ਜਿਹੜੀਆਂ ਵਿਸ਼ੇਸ਼ਤਾਵਾਂ ਹੈਗੀਆਂ, ਜਿਹੜੀਆਂ ਫੀਚਰਸ ਹੈਗੀਆਂ ਤੁਹਾਡੇ ਲਈ ਕੰਮ ਦੀਆਂ ਨਹੀਂ ਹੈਗੀਆਂ, ਯਾਨੀ ਜੋ ਤੁਸੀਂ ਕੰਮ ਕਰਨ, ਕਿਉਂਕਿ ਉਹ ਸਟੂਡੈਂਟ ਸੀ, ਉਹਨੂੰ ਕੋਈ ਬਹੁਤੀ ਲੋੜ ਨਹੀਂ ਸੀਗੀ ਜ਼ਿਆਦਾ ਫੀਚਰਸ ਦੀ, ਤਾਂ ਉਹ ਵੇਸਟੇਜ ਆਫ ਟਾਈਮ ਸੀ, ਕਿਉਂਕਿ ਉਹ ਘਰ ਦੇ ਕੰਮ ਵੀ ਕਰਨੇ ਪੈਣੇ ਸੀ, ਸਕੂਲ ਦੀ ਪੜ੍ਹਾਈ ਵੀ ਕਰਨੀ ਪੈਣੀ ਸੀ। ਤਾਂ ਜੇ ਉਹ ਘਰ ਦੇ ਕੰਮ ਕਰਦੀ ਸੀ ਤਾਂ ਸਕੂਲ ਦੀ ਪੜ੍ਹਾਈ ਵੀ ਉਹਦਾ ਨੁਕਸਾਨ ਹੁੰਦਾ ਸੀ। ਨੈਕਸਟ ਆ, is it advisable for 14-year-old to overwork herself or himself as a narrator did? Why not? ਕੀ ਇਹ ਸਹੀ ਹੈ ਵੀ 14 ਸਾਲ ਦੇ ਬੱਚੇ ਨੂੰ ਘਰ ਦੇ ਕੰਮ ਜਿਹੜੇ ਆ ਜ਼ਿਆਦਾ ਕਰਨ ਵਾਸਤੇ ਕਿਹਾ ਜਾਏ ਜਿਵੇਂ ਉਹਨੇ ਕੀਤਾ ਹੈ, ਸਹੀ ਹੈ ਕਿ ਨਹੀਂ ਹੈ?
ਇਟ ਇਜ਼ ਗੁੱਡ ਫਾਰ ਫਾਦਰ ਲਿਖਿਆ ਹੋਇਆ ਫਾਰ ਆਉਣਾ ਸੀ ਫਾਰ 14-year-old ਬॉय ਔਰ ਗਰਲ ਬਿਕੋਜ਼ ਇਟ ਡਿਵੈਲਪ ਦਾ ਹੈਬਿਟ ਆਫ ਵਰਕ ਇਨ ਯੂ। ਇਹ ਵਧੀਆ ਕੰਮ ਹੈ ਕਿਉਂਕਿ ਉਹਦੇ ਅੰਦਰ ਆਦਤ ਪੈ ਗਈ ਸੀ ਕੰਮ ਕਰਨ ਦੀ। ਕਿਸੇ ਬੱਚੇ ਦੇ ਵਿੱਚ ਜੇ ਕੋਈ ਘਰ ਦੇ ਕੰਮਾਂ ਦੀ ਆਦਤ ਪੈਂਦੀ ਤਾਂ ਵਧੀਆ ਗੱਲ ਹੈਗੀ ਹੈ ਦਾ ਹੈਬਿਟ ਜਿਹੜੀ ਵਰਕ ਉਹਦੇ ਵਿੱਚ ਕਰਨ ਦੀ। ਬਟ ਔਨ ਦਾ ਅਦਰ ਸਾਈਡ ਇਟ ਪੁੱਟ ਬਰਡਨ ਔਨ ਦਾ ਲਿਟਲ ਬॉय ਔਰ ਗਰਲ। ਪਰ ਇਹਦੇ ਨਾਲ ਕੀ ਸੀ ਕਿਉਂਕਿ ਉਹ ਕੰਮ ਉਹਨੂੰ ਰੋਜ਼ ਲਗਾਤਾਰ ਕਰਨਾ ਪੈਣਾ ਸੀ, ਇਹਦੇ ਨਾਲ ਉਹਨੂੰ ਥਕਾਨ ਹੁੰਦੀ ਸੀ, ਉਹਦੇ 'ਤੇ ਬੋਝ ਪੈਣਾ ਸੀ, ਉਹਦਾ ਬਾਕੀ ਕੰਮ ਜਿਹੜੇ ਇਫੈਕਟ ਕਰਨੇ ਸੀ। ਤੋ ਇਸ ਕਰਕੇ ਚੀਜ਼ ਦੇ ਫਾਇਦੇ ਵੀ ਹੈ, ਨੁਕਸਾਨ ਵੀ ਹੈਗੇ ਆ। ਲਰਨਿੰਗ ਲੈਂਗੁਏਜ ਅੱਗੇ ਆਪਾਂ ਕੁਛ ਇਹਦੇ 'ਚੋਂ ਹੋਰ ਸਿੱਖਣਾ ਹੈ। ਕੀ ਹੈ ਦਾ ਸੈਂਟੈਂਸ ਦੇ ਬਾਰੇ ਸਿੱਖਣਾ ਹੈ। ਅ ਸੈਂਟੈਂਸ ਇਜ਼ ਅ ਗਰੁੱਪ ਆਫ ਵਰਡ ਵਿਚ ਮੇਕਸ ਕੰਪਲੀਟ ਸੈਂਸ। ਸੈਂਟੈਂਸ ਕੀ ਹੁੰਦਾ ਪੰਜਾਬੀ 'ਚ ਆਪਾਂ ਨੂੰ ਕਹਿੰਦੇ ਵਾਕ। ਤਾਂ ਸੈਂਟੈਂਸ ਕੁਛ ਸ਼ਬਦਾਂ ਦਾ ਸਮੂਹ ਹੁੰਦਾ ਜਿਹਦੇ ਵਿੱਚ ਸੈਂਸ ਹੁੰਦੀ, ਜਿਹਦਾ ਕੰਪਲੀਟ ਅਰਥ ਨਿਕਲਦਾ। ਕੁਛ ਵਰਡ ਜਿਹੜੇ ਗਰੁੱਪ ਹੁੰਦਾ, ਕੁਛ ਵਰਡ ਲਿਖੇ ਹੁੰਦੇ ਆ, ਉਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਉਹਦਾ ਅਰਥ ਸਹੀ ਪਤਾ ਲੱਗੇ, ਉਹਦੀ ਸੈਂਸ ਬਣੇ, ਉਹਨੂੰ ਅਸੀਂ ਸੈਂਟੈਂਸ ਕਹਿੰਦੇ ਹਾਂ। ਐਗਜ਼ਾਮਪਲ ਦਿੱਤੀ ਹੋਈ ਆ ਰਾਮ ਇਜ਼ ਗੋਇੰਗ ਟੂ ਸਕੂਲ। ਰਾਮ ਸਕੂਲ ਜਾ ਰਿਹਾ ਹੈ। ਡੂ ਨਾਟ ਸਪਿਟ ਔਨ ਦਾ ਫਲੋਰ। ਫਰਸ਼ 'ਤੇ ਨਾ ਥੁੱਕੋ। ਵਟ ਇਜ਼ ਯੂਰ ਨੇਮ। ਤੁਹਾਡਾ ਨਾਂ ਕੀ ਹੈ। ਮੇ ਗੋਡ ਬਲੈਸ ਯੂ। ਰੱਬ ਤੁਹਾਡਾ ਭਲਾ ਕਰੇ। ਵਟ ਆ ਫਾਈਨ ਮੋਰਨਿੰਗ। ਕਿੰਨੀ ਵਧੀਆ ਸਵੇਰ ਹੈ। ਇਹ ਦੇਖੋ ਸਾਰੇ ਵਰਡ ਜਿਹੜੇ ਆ ਉਹਨਾਂ ਨੂੰ ਆਪਾਂ ਇੱਕ ਗਰੁੱਪ 'ਚ ਲਿਖਿਆ ਹੋਇਆ ਅਤੇ ਉਹ ਸਾਰਿਆਂ ਦੇ ਮੀਨਿੰਗ ਨਿਕਲਦੇ ਪਏ ਆ। ਇਹ ਸਾਰੇ ਸੈਂਟੈਂਸ ਆ। ਹੁਣ ਅੱਗੇ ਆਪਾਂ ਕੀ ਸਿੱਖਣਾ ਸੈਂਟੈਂਸ ਤੋਂ ਬਾਅਦ। ਇੱਕ ਤਾਂ ਸਾਨੂੰ ਪਤਾ ਲੱਗਾ ਸੈਂਟੈਂਸ ਕੀ ਆ, ਗਰੁੱਪ ਆਫ ਵਰਡਸ ਵਿਚ ਮੇਕਸ ਕੰਪਲੀਟ ਸੈਂਸ ਔਰ ਕੰਪਲੀਟ ਮੀਨਿੰਗ। ਠੀਕ ਹੈ। ਵਾਕ ਕੀ ਹੁੰਦਾ ਸ਼ਬਦਾਂ ਦਾ ਸਮੂਹ ਹੁੰਦਾ ਜਿਹਦਾ ਪੂਰਨ ਅਰਥ ਨਿਕਲਦਾ ਹੈ। ਪੰਜਾਬੀ ਦੇ ਵਿੱਚ ਆਪਾਂ ਇੱਦਾਂ ਨਹੀਂ ਯਾਦ ਰੱਖ ਸਕਦੇ ਹਾਂ। ਫਾਰਮਸ ਆਫ ਸੈਂਟੈਂਸਿਸ। ਸੈਂਟੈਂਸ ਦੇ ਅੱਗੇ ਕੁਛ ਕਿਸਮਾਂ ਹੁੰਦੀਆਂ ਕਿਹੜੀਆਂ, ਹੁਣ ਕੁਛ ਹਿੱਸਿਆਂ 'ਚ ਵੰਡਿਆ ਗਿਆ। ਦੇਖੋ ਕਿਹੜੀਆਂ, ਅਸਰਟਿਵ ਸੈਂਟੈਂਸਿਸ, ਇੰਟੈਰੋਗੇਟਿਵ ਸੈਂਟੈਂਸ, ਇੰਪੈਰੇਟਿਵ ਸੈਂਟੈਂਸ, ਐਕਸਕਲਾਮੇਟਰੀ ਸੈਂਟੈਂਸ, ਆਪਟੇਟਿਵ ਸੈਂਟੈਂਸ। 5 ਤਰ੍ਹਾਂ ਦੇ ਸੈਂਟੈਂਸ ਆ। ਵਾਕਾਂ ਨੂੰ 5 ਤਰ੍ਹਾਂ ਦੇ ਭਾਗਾਂ 'ਚ ਅਸੀਂ ਵੰਡ ਸਕਦੇ ਹਾਂ, ਉਹ ਇਹ ਆ। ਸਭ ਤੋਂ ਪਹਿਲਾਂ ਅਸਰਟਿਵ ਸੈਂਟੈਂਸ, ਇਹਨੂੰ ਅਸੀਂ ਪੋਜ਼ੀਟਿਵ ਸੈਂਟੈਂਸ ਵੀ ਕਹਿ ਦਿੰਦੇ ਹਾਂ, ਅਫਰਮੇਟਿਵ ਸੈਂਟੈਂਸ ਵੀ ਕਹਿ ਦਿੰਦੇ ਹਾਂ, ਹਾਂ ਵਾਚਕ ਸੈਂਟੈਂਸ ਵੀ ਕਹਿ ਦਿੰਦੇ ਹਾਂ। ਐਨ ਅਸਰਟਿਵ ਸੈਂਟੈਂਸ ਇਜ਼ the one that makes a statement of assertion। assertion ਕੀ ਹੁੰਦਾ, assertion ਕਹਿ ਸਕਦੇ ਕੋਈ ਦਾਵਾ, ਕੋਈ ਬਿਆਨ। ਇਟ ਮੇ ਬੀ ਅਫਰਮੇਟਿਵ ਔਰ ਨੈਗੇਟਿਵ। ਇਹ ਨੈਗੇਟਿਵ ਵੀ ਹੋ ਸਕਦੇ ਅਤੇ ਪੋਜ਼ੀਟਿਵ ਵੀ ਹੋ ਸਕਦੇ ਆ। ਐਨ ਅਸਰਟਿਵ ਸੈਂਟੈਂਸ ਐਂਡਸ ਵਿਦ ਆ ਪੀਰੀਅਡ ਫੁੱਲ ਸਟਾਪ। ਇਹਨਾਂ ਦੇ ਅਖੀਰ ਦੇ ਵਿੱਚ ਫੁੱਲ ਸਟਾਪ ਲੱਗਦਾ ਆ, ਇੱਕ ਬਿੰਦੀ ਲੱਗਦੀ ਆ। ਜਿਵੇਂ ਹਰੇਕ ਸੈਂਟੈਂਸ, ਜਿਵੇਂ ਕੰਟਰੀ ਦੇ ਪਿੱਛੇ ਦੇਖੋ ਇੱਕ ਡਾਟ ਲੱਗਾ ਹੋਇਆ ਨਾ, ਉਹਨੂੰ ਫੁੱਲ ਸਟਾਪ ਕਹਿੰਦੇ ਆ। ਇਹਨਾਂ ਸੈਂਟੈਂਸਿਸ ਦੇ ਐਂਡ ਦੇ ਵਿੱਚ ਫੁੱਲ ਸਟਾਪ ਹੁੰਦਾ ਆ। ਯਾਨੀ ਅਸਰਟਿਵ ਸੈਂਟੈਂਸ ਉਹ ਹੁੰਦੇ ਆ ਜਿਹਦੇ ਵਿੱਚ ਕੋਈ ਬਿਆਨ ਦਿੱਤਾ ਜਾਂਦਾ ਹੈ, ਕੋਈ ਸਟੇਟਮੈਂਟ ਦਿੱਤੀ ਜਾਂਦੀ, ਕੋਈ ਗੱਲ ਕੀਤੀ ਜਾਂਦੀ ਆ। ਇਹ ਨੈਗੇਟਿਵ ਵੀ ਹੋ ਸਕਦੇ ਆ, ਹਾਂ ਵਾਚਕ ਵੀ ਹੋ ਸਕਦੇ ਅਤੇ ਪੋਜ਼ੀਟਿਵ ਵੀ ਹੋ ਸਕਦੇ ਆ, ਅਤੇ ਇਹਨਾਂ ਦੇ ਐਂਡ 'ਚ ਫੁੱਲ ਸਟਾਪ ਲੱਗਦਾ। ਐਗਜ਼ਾਮਪਲ, ਵੀ ਲਵ ਆਵਰ ਕੰਟਰੀ। ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ। ਸ਼ੀ ਸਪੀਕਸ ਦਾ ਟਰੂਥ। ਸੱਚ ਬੋਲਦੀ ਹੈ। ਆਈ ਡੂ ਨਾਟ ਲਾਈਕ ਦਿਸ ਪਿਕਚਰ। ਮੈਨੂੰ ਇਹ ਪਿਕਚਰ ਪਸੰਦ ਨਹੀਂ ਹੈ। ਇਹ ਨੈਗੇਟਿਵ ਸੈਂਟੈਂਸ ਹੈ ਕਿਉਂਕਿ ਵਿੱਚ ਨਹੀਂ ਸ਼ਬਦ ਆ ਗਿਆ। ਰਾਕੇਸ਼ ਡਸ ਨਾਟ ਸਮੋਕ। ਰਾਕੇਸ਼ ਸਿਗਰਟ ਨਹੀਂ ਪੀਂਦਾ। ਠੀਕ ਹੈ, ਨੋਟ ਆ ਗਿਆ। ਜਿਨ੍ਹਾਂ ਦੇ ਵਿੱਚ ਨੋਟ ਆਊਗਾ ਉਹਨੂੰ ਆਪਾਂ ਨੈਗੇਟਿਵ ਸੈਂਟੈਂਸ ਕਹਾਂਗੇ। ਜੇ ਨੋਟ ਨਹੀਂ ਆਊਗਾ ਤਾਂ ਉਹ ਅਫਰਮੇਟਿਵ ਜਾਂ ਪੋਜ਼ੀਟਿਵ ਸੈਂਟੈਂਸ। ਨੈਕਸਟ ਹੈ ਇੰਪੈਰੇਟਿਵ ਸੈਂਟੈਂਸ। interrogative sentence। An interrogative sentence is the one which asks a question। ਇਹਨੂੰ ਅਸੀਂ ਕਹਿੰਦੇ ਪ੍ਰਸ਼ਨਵਾਚਕ ਸੈਂਟੈਂਸ। ਜਿਨ੍ਹਾਂ ਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ, ਕੁਐਸਚਨ ਪੁੱਛਿਆ ਜਾਂਦਾ ਹੈ, ਉਹਨੂੰ ਇੰਟੈਰੋਗੇਟਿਵ ਸੈਂਟੈਂਸ ਕਹਿੰਦੇ ਆ। ਇਹਨਾਂ ਦੇ ਐਂਡ ਦੇ ਵਿੱਚ ਕੁਐਸਚਨ ਮਾਰਕ ਲੱਗਾ ਹੁੰਦਾ, ਜਿਹਨੂੰ ਆਪਾਂ ਕੜਛੀ ਦਾ ਨਿਸ਼ਾਨ ਵੀ ਕਹਿ ਦਿੰਦੇ ਹਾਂ। ਉੱਥੇ ਫੁੱਲ ਸਟਾਪ ਲੱਗਾ, ਇੱਥੇ ਕੁਐਸਚਨ ਮਾਰਕ ਲੱਗਾ। ਵੇਅਰ ਇਜ਼ ਮਾਈ ਬੁੱਕ। ਵਾਈ ਡੂ ਯੂ ਸਕੋਲਡ ਦਾ ਚਾਈਲਡ। ਸਕੋਲਡ ਹੁੰਦਾ ਡਾਂਟਣਾ, ਤੁਸੀਂ ਬੱਚੇ ਨੂੰ ਕਿਉਂ ਡਾਂਟ ਰਹੇ ਹੋ। ਡਿਡ ਹੀ ਲਰਨ ਹਿਜ਼ ਲੈਸਨ। ਕੀ ਉਹਨੇ ਆਪਣਾ ਲੈਸਨ ਲਰਨ ਕਰ ਲਿਆ ਹੈ। ਅੱਗੇ ਇੰਪੈਰੇਟਿਵ ਸੈਂਟੈਂਸ। ਐਨ ਇੰਪੈਰੇਟਿਵ ਸੈਂਟੈਂਸ ਇਜ਼ ਦਾ ਵਨ ਵਿਚ ਐਕਸਪ੍ਰੈਸ ਏ ਕਮਾਂਡ। ਕਮਾਂਡ ਹੁੰਦਾ ਹੁਕਮ, ਰਿਕੁਐਸਟ ਬੇਨਤੀ, ਐਡਵਾਈਸ ਸਲਾਹ,
ਐਂਟ੍ਰੀਟੀ, ਐਂਟ੍ਰੀਟੀ ਵੀ ਰਿਕੁਐਸਟ ਦਾ ਹੀ ਇੱਕ ਰੂਪ ਆ, ਪਰ ਇਹਨਾਂ 'ਚ ਥੋੜ੍ਹਾ ਬਹੁਤ ਫਰਕ ਹੈਗਾ, ਤੁਹਾਨੂੰ ਦੱਸਦੇ ਹਾਂ ਬਾਅਦ 'ਚ। ਕੁਛ ਐਗਜ਼ਾਮਪਲਸ ਹੈਗੀਆਂ, ਸ਼ਟ ਦਾ ਫਰੰਟ ਡੋਰ, ਫਾਈਂਡ ਮਾਈ ਲੈਦਰ ਜੈਕਟ, ਕਲੀਨ ਯੂਰ ਰੂਮ। ਇਹ ਸਾਰੀਆਂ 'ਚ ਕਮਾਂਡ ਦਿੱਤੀ ਜਾ ਰਹੀ ਹੈ ਵੀ ਦਰਵਾਜ਼ਾ ਬੰਦ ਕਰ ਦਿਓ, ਜੈਕਟ ਸਾਫ਼ ਕਰ ਦਿਓ, ਕਮਰਾ ਸਾਫ਼ ਕਰ ਦਿਓ। ਇਹ 'ਚ ਕੋਈ ਤੁਹਾਨੂੰ ਹੁਕਮ ਦੇ ਰਿਹਾ। ਵੇਟ ਫਾਰ ਮੀ, ਮੇਰਾ ਇੰਤਜ਼ਾਰ ਕਰੋ, ਐਂਟ੍ਰੀਟੀ ਹੈ। ਇਹਦੇ 'ਚ ਵੀ ਰਿਕੁਐਸਟ ਦਾ ਇੱਕ ਰੂਪ ਹੈਗਾ, ਬੇਨਤੀ ਦਾ ਇੱਕ ਰੂਪ ਆ। ਗੈਟ ਆਊਟ, ਚਲੇ ਜਾਓ, ਕਮਾਂਡ ਹੈ, ਹੁਕਮ ਹੈ। ਮੇਕ ਸ਼ੋਰ ਯੂ ਪੈਕ ਵਾਰਮ ਕਲੋਥਸ, ਸਲਾਹ ਦਿੱਤੀ ਜਾ ਰਹੀ ਵੀ ਤੁਸੀਂ ਗਰਮ ਕੱਪੜੇ ਵੀ ਨਾਲ ਲੈ ਲਓ, ਠੀਕ ਹੈ। ਪਲੀਜ਼ ਬੀ ਕੁਆਇਟ, ਚੁੱਪ ਰਹੋ, ਰਿਕੁਐਸਟ ਅਤੇ ਐਂਟ੍ਰੀਟੀ ਦੋਵੇਂ ਹੀ ਆ। ਬੀ ਨਾਈਸ ਟੂ ਯੂਰ ਫਰੈਂਡ, ਐਡਵਾਈਸ ਆ। ਸਿਟ ਡਾਊਨ, ਬੈਠ ਜਾਓ। ਪਲੀਜ਼ ਹੈਲਪ, ਮਦਦ ਕਰੋ, ਰਿਕੁਐਸਟ ਆ। ਹੈਲਪ ਦਾ ਪੂਅਰ, ਐਡਵਾਈਸ ਆ। ਡੂ ਪੇ ਅਸ ਅ ਵਿਜ਼ਿਟ ਸਮ ਟਾਈਮ, ਇਹ ਐਂਟ੍ਰੀਟੀ ਹੈ। ਸੋ ਇੰਪੈਰੇਟਿਵ ਸੈਂਟੈਂਸ ਕੀ ਹੈ, ਜਿਹਦੇ ਵਿੱਚ ਹੁਕਮ, ਬੇਨਤੀ, ਸਲਾਹ ਦਿੱਤੀ ਜਾਂਦੀ ਕਿਸੇ ਨੂੰ, ਉਹ ਇੰਪੈਰੇਟਿਵ ਸੈਂਟੈਂਸ ਹੈਗੀ ਹੈ। ਨੈਕਸਟ, ਐਕਸਕਲਾਮੇਟਰੀ ਸੈਂਟੈਂਸ। ਐਨ ਐਕਸਕਲਾਮੇਟਰੀ ਸੈਂਟੈਂਸ ਮੇਕਸ ਅ ਸਟੇਟਮੈਂਟ ਦੈਟ ਕਨਵੇਜ਼ ਸਮ ਸਡਨ ਸਟਰੋਂਗ ਇਮੋਸ਼ਨ ਔਰ ਐਕਸਾਈਟਮੈਂਟ। ਕਈ ਵਾਰ ਸਾਨੂੰ ਇਹ ਖੁਸ਼ੀ ਵਾਲੀ ਖਬਰ ਦਾ ਜਾਂ ਦੁੱਖ ਵਾਲੀ ਖਬਰ ਦਾ ਅਚਾਨਕ ਪਤਾ ਲੱਗਦਾ ਹੈ, ਤਾਂ ਸਾਡੇ ਚਿਹਰੇ 'ਤੇ ਜੋ ਐਕਸਪ੍ਰੈਸ਼ਨ ਹੁੰਦਾ ਹੈ, ਉਹਦੇ ਲਈ ਐਕਸਕਲਾਮੇਟਰੀ ਸੈਂਟੈਂਸ ਯੂਜ਼ ਹੁੰਦੇ। ਇਹਦੇ ਲਈ ਇੱਕ ਵਰਡ ਹੁੰਦਾ, ਇੱਕ ਹੁੰਦਾ ਸਾਈਨ ਆਫ ਐਕਸਕਲਾਮੇਸ਼ਨ। ਇੱਕ ਮਤਲਬ ਡੰਡਾ ਜਿਹਾ ਹੁੰਦਾ, ਉਹਦੇ ਥੱਲੇ ਬਿੰਦੀ ਲੱਗੀ ਹੁੰਦੀ, ਉਹਨੂੰ ਸਾਈਨ ਆਫ ਐਕਸਕਲਾਮੇਸ਼ਨ ਕਹਿੰਦੇ। ਇਹਦੇ ਵਿੱਚ ਲੱਗਾ ਹੋਇਆ ਸਾਰੇ ਸੈਂਟੈਂਸ ਦੇ ਵਿੱਚ ਹੇ ਲਿਖਿਆ, ਹੇ ਤੋਂ ਬਾਅਦ ਦੇਖੋ ਇੱਕ ਲੱਗਾ ਨਿਸ਼ਾਨ, ਉਹਨੂੰ ਆਪਾਂ ਸਾਈਨ ਆਫ ਐਕਸਕਲਾਮੇਸ਼ਨ ਕਹਿੰਦੇ ਹਾਂ। ਐਕਸਕਲਾਮੇਟਰੀ ਸੈਂਟੈਂਸ ਦੀ ਪਛਾਣ ਇਹ ਹੈ, ਜੇਕਰ ਸੈਂਟੈਂਸ ਦੇ ਵਿੱਚ ਇਹ ਨਿਸ਼ਾਨ ਲੱਗਾ ਤਾਂ ਤੁਸੀਂ ਉਹਨੂੰ ਐਕਸਕਲਾਮੇਟਰੀ ਸੈਂਟੈਂਸ ਕਹੋਗੇ। ਹੇ ਆਈ ਹੈਵ ਗੋਟ ਦਾ ਫਿਲਮ ਟਿਕਟਸ, ਵੀ ਮੈਨੂੰ ਫਿਲਮ ਦੀਆਂ ਟਿਕਟਾਂ ਮਿਲ ਗਈਆਂ, ਖੁਸ਼ੀ ਵਾਲੀ ਖਬਰ ਦੱਸੀ ਜਾ ਰਹੀ। ਵਾਟ ਆ ਫਾਈਨ ਹਿੱਟ, ਕਿੰਨੀ ਵਧੀਆ ਹਿੱਟ ਹੈ, ਯਾਨੀ ਕ੍ਰਿਕਟ ਦੇ ਵਿੱਚ ਕਈ ਵਾਰੀ ਹੁੰਦਾ ਜਾਂ ਕਿਸੇ ਨੇ ਨਿਸ਼ਾਨਾ ਕੋਈ ਲਾਇਆ, ਯਾਨੀ ਜਿਹਦੇ 'ਚ ਸਾਨੂੰ ਹੈਰਾਨੀ ਦੇ ਐਕਸਪ੍ਰੈਸ਼ਨ ਮਿਲਣ, ਹੈਰਾਨੀ ਦੇ ਹਾਵ ਭਾਵ ਮਿਲਣ, ਉਹ ਐਕਸਕਲਾਮੇਟਰੀ ਸੈਂਟੈਂਸਿਸ ਆ। ਆਈ ਹੇਟ ਯੂ, ਮੈਂ ਤੁਹਾਨੂੰ ਨਫ਼ਰਤ ਕਰਦਾ ਹਾਂ। ਆਈਸਕ੍ਰੀਮ ਸੈਂਡੈਕਸ ਆਰ ਮਾਈ ਫੇਵਰੇਟ, ਆਈਸਕ੍ਰੀਮ ਦੱਸਿਆ ਵੀ ਆਹ ਮੇਰੀ ਫੇਵਰੇਟ ਹੈਗੀ, ਐਕਸਕਲਾਮੇਸ਼ਨ ਸਾਈਨ ਨਾਲ ਲੱਗਾ। ਅੱਗੇ ਅਪਟੇਟਿਵ ਸੈਂਟੈਂਸ। ਐਨ ਅਪਟੇਟਿਵ ਸੈਂਟੈਂਸ ਐਕਸਪ੍ਰੈਸਿਜ਼ ਏ ਪ੍ਰੇਅਰ, ਕੀਨ ਵਿਸ਼ ਔਰ ਕਰਸ। ਰੱਬ ਦੇ ਅੱਗੇ ਜਦੋਂ ਆਪਾਂ ਬੇਨਤੀ ਕਰਦੇ ਹਾਂ ਨਾ, ਇੱਕ ਬੇਨਤੀ ਉਹ ਜਿਹੜੀ ਥੱਲੇ ਆ ਗਈ ਸੀ, ਜਿਹੜੀ ਪਿੱਛੇ ਪੜ੍ਹੀ ਆਪਾਂ ਇੰਪੈਰੇਟਿਵ ਸੈਂਟੈਂਸ, ਇੱਕ ਬੇਨਤੀ ਇਹ ਹੈ, ਇੱਥੇ ਬੇਨਤੀ ਦੀ ਗੱਲ ਕਿਹਨੂੰ ਕੀਤੀ ਜਾਂਦੀ, ਪ੍ਰਾਰਥਨਾ, ਰੱਬ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਜਾਂ ਰੱਬ ਤੋਂ ਕੋਈ ਵਿਸ਼ ਮੰਗੀ ਜਾਂਦੀ ਆ, ਜਾਂ ਕਿਸੇ ਦੇ ਲਈ ਬਦਦੁਆ, ਕਰਸ ਹੁੰਦਾ, ਬਦਦੁਆ ਕਿਸੇ ਨੂੰ ਦਿੱਤੀ ਜਾਂਦੀ ਹੈ, ਉਹ ਅਪਟੇਟਿਵ ਸੈਂਟੈਂਸ ਦੇ ਵਿੱਚ ਆਉਂਦੀ ਹੈ, ਠੀਕ ਹੈ ਨਾ। ਯਾਨੀ ਆਪਾਂ ਕੋਸ਼ਿਸ਼ ਇਹ ਕਰਦੇ ਹਾਂ, ਇਹਦੇ ਵਿੱਚ ਇਹ ਸੈਂਟੈਂਸ ਮੋਸਟਲੀ ਆਉਂਦਾ ਜਿਨ੍ਹਾਂ ਦੇ ਅੱਗੇ ਅਸੀਂ ਪਰਮਾਤਮਾ ਅੱਗੇ ਕੁਛ ਆ ਚੀਜ਼ਾਂ ਵਿਚਾਰ ਰੱਖਦੇ ਹਾਂ। ਦ ਕਾਈਂਡ ਆਫ ਸੈਂਟੈਂਸ ਜਨਰਲੀ ਸਟਾਰਟ ਵਿਦ ਮੇ ਔਰ ਵਿਸ਼, ਮੇ ਜਾਂ ਵਿਸ਼ ਦੇ ਨਾਲ ਸੈਂਟੈਂਸ ਸ਼ੁਰੂ ਹੁੰਦਾ। ਸਮਟਾਈਮ ਮੇ ਰਿਮੇਨਸ ਹਿਡਨ, ਕਈ ਵਾਰੀ ਕੀ ਹੁੰਦਾ ਮੇ ਨਹੀਂ ਵੀ ਲਿਖਿਆ ਹੁੰਦਾ। ਦੇਖੋ ਸਾਰੇ ਸੈਂਟੈਂਸ ਦੇ ਮੇ ਨਾਲ ਸ਼ੁਰੂ ਹੁੰਦੇ, ਮੇ 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 ਮੇ, ਵਿਸ਼ ਦੇ ਨਾਲ ਵੀ ਸ਼ੁਰੂ ਹੁੰਦਾ ਨਾ। ਮੇ ਗੋਡ ਬਲੈਸ ਯੂ ਆਪਾਂ ਕਹਿੰਦੇ ਨਾ, ਵੀ ਪਰਮਾਤਮਾ ਤੁਹਾਡਾ ਭਲਾ ਕਰੇ। ਸੋ ਇਹ ਸੈਂਟੈਂਸ ਤੁਸੀਂ ਆਪ ਰੀਡ ਕਰ ਲੈਣੇ ਅਪਟੇਟਿਵ ਸੈਂਟੈਂਸ ਦੇ, ਕਿਉਂਕਿ ਵੀਡੀਓ ਲੰਬੀ ਹੋ ਜਾਣੀ ਜੇਕਰ ਆਪਾਂ ਡਿਟੇਲ 'ਚ ਜਾਵਾਂਗੇ। ਪੁਆਇੰਟਸ ਟੂ ਰਿਮੈਂਬਰ, ਕੀ ਯਾਦ ਰੱਖਣਾ ਆਪਣਾ, ਐਵਰੀ ਸੈਂਟੈਂਸ ਬਿਗਨ ਵਿਦ ਕੈਪੀਟਲ ਲੈਟਰ। ਹਰੇਕ ਸੈਂਟੈਂਸ ਜਿਹੜਾ ਆ ਕੈਪੀਟਲ ਲੈਟਰ, ਕੈਪੀਟਲ ਲੈਟਰ ਕੀ ਹੁੰਦਾ, ਵੱਡੀ ABC ਜਿਹਨੂੰ ਕਹਿੰਦੇ ਆਪਾਂ, ਵੱਡਾ A, ਵੱਡੇ B, ਵੱਡੀ C, ਇਹਨੂੰ ਆਪਾਂ ਕੈਪੀਟਲ ਲੈਟਰ ਕਹਿੰਦੇ ਹਾਂ। ਹਰੇਕ ਸੈਂਟੈਂਸ ਦੀ ਸ਼ੁਰੂਆਤ ਵੱਡੇ ਅਕਸ਼ਰ ਨਾਲ ਹੁੰਦੀ ਆ। A full stop or period is placed at the end of every imperative or assertive sentence. Imperative ਤੇ assertive sentence ਦੇ ਅਖੀਰ ਦੇ ਵਿੱਚ full stop ਲੱਗੂਗਾ। A mark of exclamation, ਆ ਦੇਖੋ exclamation ਦਾ ਸਾਈਨ ਵੀ ਆ ਗਿਆ, is placed at the end of every optative and exclamatory sentence. Optative ਤੇ exclamatory sentence ਦੇ end ਵਿੱਚ ਸਾਈਨ ਆਫ exclamation ਲੱਗੂਗਾ, ਯਾਨੀ ਇੱਕ ਡੰਡਾ ਹੋਊਗਾ, ਉਹਦੇ ਥੱਲੇ ਬਿੰਦੀ ਲੱਗੀ ਹੋਊਗੀ, ਉਹ ਲੱਗੇਗਾ। A question mark is placed at the end of every interrogative sentence. Interrogative sentence ਜਾਂ ਪ੍ਰਸ਼ਨਵਾਚਕ sentence ਦੇ ਪਿੱਛੇ ਹਮੇਸ਼ਾ question mark ਲੱਗੇਗਾ। Next activity 6 ਆ, read the sentences given below and state which type of sentence they are in given space. ਇਹਦਾ ਥੱਲੇ ਸੈਂਟੈਂਸ ਦਿੱਤੇ ਵਾ, ਐਕਸਰਸਾਈਜ਼ ਹੈਗੀ ਹੈ, ਇਹ 'ਚ ਤੁਸੀਂ ਦੇਖ ਕੇ ਦੱਸਣਾ ਵੀ ਕਿਹੜੇ ਸੈਂਟੈਂਸ ਹੈਗੇ। ਆਪਾਂ ਸਾਰਾ ਕੁਛ ਕਰ ਲਿਆ, ਜਿਵੇਂ ਪਹਿਲੀ ਐਗਜ਼ਾਮਪਲ ਦਿੱਤੀ ਉਹਨੇ, ਹੀ ਪਲੇਜ਼ ਫੁੱਟਬਾਲ,
ਠੀਕ ਹੈ। ਸਟੇਟਮੈਂਟ ਦਿੱਤੀ ਜਾ ਰਹੀ ਵੀ ਉਹ ਬਿਆਨ ਦਿੱਤਾ ਜਾ ਰਿਹਾ ਫੁੱਟਬਾਲ ਖੇਡਦਾ ਆ। ਕਿਹੜਾ ਸੈਂਟੈਂਸ ਆ? ਅਫਰਮੇਟਿਵ ਸੈਂਟੈਂਸ ਹੈ, ਅਸਰਟਿਵ ਸੈਂਟੈਂਸ ਹੈ। ਸ਼ੀ ਡਜ਼ ਨਾਟ ਲਿਵ ਹੇਅਰ, ਨਾਟ ਲੱਗਾ ਹੋਇਆ, ਨੈਗੇਟਿਵ ਸੈਂਟੈਂਸ ਹੈ। ਪਲੀਜ਼ ਹੈਲਪ ਮੀ, ਪਲੀਜ਼ ਕਿਹਾ ਗਿਆ, ਰਿਕੁਐਸਟ ਕੀਤੀ ਗਈ ਹੈ, ਇੰਪੈਰੇਟਿਵ ਸੈਂਟੈਂਸ ਹੈ। ਮੇ ਤੇ ਵਿਸ਼ ਨਾਲ ਸ਼ੁਰੂ ਹੁੰਦੇ ਆਪਟੇਟਿਵ ਸੈਂਟੈਂਸ ਆ। ਡੂ ਯੂ ਪਲੇ ਕੁਐਸਚਨ ਮਾਰਕ ਲੱਗਾ, ਇੰਟੈਰੋਗੇਟਿਵ ਸੈਂਟੈਂਸ ਆ। ਹਾਊ ਬਰੇਵ ਹੀ ਇਜ਼ ਕੁਐਸਚਨ ਪਿੱਛੇ ਸਾਈਨ ਆਫ ਐਕਸਕਲਾਮੇਸ਼ਨ ਲੱਗਾ, ਐਕਸਕਲਾਮੇਟਰੀ ਸੈਂਟੈਂਸ ਆ। ਆਹ ਕੁਐਸਚਨ ਮੈਂ ਕੀਤੇ ਹੋਏ ਆ, ਬਾਕੀ ਥੱਲੇ ਨਹੀਂ ਕੀਤੇ, ਤੁਸੀਂ ਆਪ ਕਰ ਲੈਣੇ ਕਿਉਂਕਿ ਐਕਸਰਸਾਈਜ਼ ਤੁਹਾਡੇ ਲਈ ਆ, ਕੁਛ ਸਿੱਖੋਗੇ ਤੇ ਕਰੋਗੇ। ਠੀਕ ਹੈ, ਕੋਈ ਮੁਸ਼ਕਲ ਨਹੀਂ ਹੈਗਾ। ਸਿਰਫ ਤੁਸੀਂ ਸਾਈਨ ਯਾਦ ਰੱਖਣਾ, ਪਿੱਛੇ ਫੁੱਲ ਸਟਾਪ ਲੱਗਾ ਆ, ਨੋਟ ਲੱਗਾ ਆ, ਸਾਈਨ ਆਫ ਐਕਸਕਲਾਮੇਸ਼ਨ ਲੱਗਾ ਆ, ਇੰਟੈਰੋਗੇਟਿਵ ਮਾਰਕ ਲੱਗਾ ਹੋਇਆ, ਤਾਂ ਤੁਹਾਡੀ ਜਿਹੜੀ ਸਮੱਸਿਆ ਹੱਲ ਹੋ ਜਾਊਗੀ। ਮੇ ਤੇ ਵਿਸ਼ ਜਿਹੜੇ ਆ ਆਪਟੇਟਿਵ ਸੈਂਟੈਂਸ 'ਚ ਲੱਗਦੇ ਆ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਅੱਛਾ, ਅੱਗੇ ਆਪਾਂ ਹੈਲਪਿੰਗ ਵਰਬ ਯਾਦ ਰੱਖਣੀਆਂ ਅੱਗੇ, ਕਿਉਂਕਿ ਜੋ ਅੱਗੇ ਐਕਟੀਵਿਟੀਜ਼ ਹੈ ਉਹਦੇ ਵਿੱਚ ਕੰਮ ਆਉਣਗੀਆਂ। ਇਜ਼, ਐਮ, ਆਰ, ਵਾਜ਼, ਵਰ, ਹੈਜ਼, ਹੈਵ, ਹੈਡ, ਵਿਲ, ਸ਼ੈਲ। ਹੁਣ ਸੈਂਟੈਂਸਿਸ ਹੈਗੇ ਪੋਜ਼ਿਟਿਵ ਤੇ ਨੈਗੇਟਿਵ ਸੈਂਟੈਂਸ। ਆਈ ਐਮ ਏ ਸਟੂਡੈਂਟ, ਮੈਂ ਇੱਕ ਸਟੂਡੈਂਟ ਹਾਂ, ਪੋਜ਼ਿਟਿਵ ਸੈਂਟੈਂਸ। ਆਈ ਐਮ ਨਾਟ ਏ ਸਟੂਡੈਂਟ, ਮੈਂ ਸਟੂਡੈਂਟ ਨਹੀਂ ਹਾਂ, ਨਾਟ ਲਾ ਤਾਂ ਨੈਗੇਟਿਵ ਹੋ ਗਿਆ। ਇਟ ਇਜ਼ ਇਹ ਗਾਰਲੈਂਡ, ਇਹ ਹਾਰ ਹੈ, ਇਟ ਇਜ਼ ਨਾਟ ਏ ਗਾਰਲੈਂਡ, ਇਹ ਹਾਰ ਨਹੀਂ ਹੈ। ਵੀ ਆਰ ਟੂਰਿਸਟ, ਅਸੀਂ ਟੂਰਿਸਟ ਹਾਂ, ਵੀ ਆਰ ਨਾਟ ਟੂਰਿਸਟ, ਅਸੀਂ ਟੂਰਿਸਟ ਨਹੀਂ ਹਾਂ। ਹੁਣ ਪਿੱਛੇ ਤੁਹਾਨੂੰ ਹੈਲਪਿੰਗ ਵਰਬ ਦੱਸੇ ਸੀ ਨਾ, ਕਿਉਂ ਦੱਸੇ ਆ? ਤੁਸੀਂ ਦੇਖੋ ਜਿੰਨੇ ਵੀ ਹੈਲਪਿੰਗ ਵਰਬ ਲੱਗਣਗੇ ਉਸ ਤੋਂ ਬਾਅਦ ਵਿੱਚ ਆਪਾਂ ਨੋਟ ਲਾਵਾਂਗੇ ਜੇਕਰ ਅਸੀਂ ਪੋਜ਼ਿਟਿਵ ਸੈਂਟੈਂਸ ਨੂੰ ਨੈਗੇਟਿਵ ਬਣਾਉਣਾ ਆ। ਤੁਸੀਂ ਦੇਖੋ ਐਮ ਤੋਂ ਬਾਅਦ ਨੋਟ ਲੱਗਾ, ਇਸ ਤੋਂ ਬਾਅਦ ਨੋਟ ਲੱਗਾ, ਆਰ ਤੋਂ ਬਾਅਦ ਨੋਟ ਲੱਗਾ, ਵਾਸ ਤੋਂ ਬਾਅਦ ਨੋਟ ਲੱਗਾ। ਆਹ ਸਾਰੇ ਡੱਬੇ ਦੇ ਵਿੱਚ ਜਿੰਨੇ ਵੀ ਮੈਂ ਕੀਤੇ ਹੋਏ ਸਾਰੇ ਹੈਲਪਿੰਗ ਵਰਬ ਆ। ਕੁਛ ਜਿਵੇਂ ਮਸਟ ਵੀ ਆ ਗਿਆ, ਕੁਛ ਮੇ ਆ ਗਿਆ, ਸ਼ੁੱਡ ਆ ਗਿਆ, ਇਹ ਮੋਡਲਸ ਨੇ, ਯਾਨੀ ਇਹ ਵੀ ਹੈਲਪਿੰਗ ਵਰਬ ਦਾ ਇੱਕ ਰੂਪ ਹੈਗਾ, ਐਗਜ਼ਲਰੀ ਵਰਬ ਇਹਨੂੰ ਕਹਿੰਦੇ ਆ। ਤਾਂ ਮੋਸਟਲੀ ਜਿਹੜੇ ਆਪਾਂ ਕੀਤੇ ਉਹ ਸਾਰੇ ਉਹਨਾਂ ਤੋਂ ਬਾਅਦ ਨੋਟ ਲੱਗੇਗਾ। ਠੀਕ ਹੈ, ਇਹ ਨੈਗੇਟਿਵ ਸੈਂਟੈਂਸ ਇਸ ਤਰ੍ਹਾਂ ਬਣ ਜਾਣਗੇ, ਧਿਆਨ ਨਾਲ ਦੇਖ ਲਿਓ ਤੁਸੀਂ। ਅੱਗੇ ਅਫਰਮੇਟਿਵ ਸੈਂਟੈਂਸ ਨੂੰ ਆਪਾਂ ਇੰਟੈਰੋਗੇਟਿਵ ਕਿਵੇਂ ਬਣਾ ਸਕਦੇ ਹਾਂ, ਇਹਦੇ ਵਿੱਚ ਵੀ ਹੈਲਪਿੰਗ ਵਰਬ ਕੰਮ ਆਉਂਦੇ। ਹੈਲਪਿੰਗ ਵਰਬ ਹਮੇਸ਼ਾ ਦਿਮਾਗ 'ਚ ਰੱਖਿਓ ਸਾਰੇ। ਉਹ ਸੈਂਟੈਂਸ ਸੀਗਾ ਹੀ ਇਜ਼ ਕਲੈਵਰ। ਹੁਣ ਆਪਾਂ ਲੱਭਣਾ ਕੀ ਇਹਦੇ ਵਿੱਚ ਹੈਲਪਿੰਗ ਵਰਬ ਕਿਹੜਾ ਹੈ? ਹੈਲਪਿੰਗ ਵਰਬ ਹੈਗਾ ਇਜ਼। ਕੁਛ ਨਹੀਂ ਕਰਨਾ, ਹੈਲਪਿੰਗ ਵਰਬ ਨੂੰ ਕੱਢ ਕੇ ਸਭ ਤੋਂ ਅੱਗੇ ਲੈ ਆਉਣਾ। ਇਜ਼ ਹੀ ਕਲੈਵਰ, ਪਿੱਛੇ ਕੁਐਸਚਨ ਮਾਰਕ ਲਾ ਦੇਣਾ। ਕੁਛ ਨਹੀਂ ਕੀਤਾ, ਸੈਂਟੈਂਸ ਨੂੰ ਚੇਂਜ ਨਹੀਂ ਕੀਤਾ, ਸਿਰਫ ਹੈਲਪਿੰਗ ਵਰਬ ਅਸੀਂ ਬਾਹਰ ਕੱਢਿਆ, ਪਿੱਛੇ ਕੁਐਸਚਨ ਮਾਰਕ ਲਾਤਾ ਫੁੱਲ ਸਟਾਪ ਦੀ ਥਾਂ ਤੇ। ਦੂਜਾ ਦੇਖ ਲਓ, ਹੀ ਵਾਜ਼ ਸਿੰਪਲ। ਹੈਲਪਿੰਗ ਵਰਬ ਕਿਹੜਾ? ਵਾਜ਼। ਵਾਜ਼ ਨੂੰ ਕੱਢ ਕੇ ਅੱਗੇ ਲਿਆਂਦੇ, ਕੀ ਬਣ ਗਿਆ? ਵਾਜ਼ ਹੀ ਸਿੰਪਲ, ਪਿੱਛੇ ਆਪਾਂ ਕੁਐਸਚਨ ਮਾਰਕ ਲਾ। ਸਾਰੇ ਸੈਂਟੈਂਸ ਇੱਦਾਂ ਹੀ ਆ। ਕੁਛ ਥੱਲੇ ਸੈਂਟੈਂਸ ਆਉਣਗੇ ਆ ਜਿਨ੍ਹਾਂ ਦੇ ਵਿੱਚ ਹੈਲਪਿੰਗ ਵਰਬ ਨਹੀਂ ਦਿੱਤਾ ਹੋਊਗਾ। ਠੀਕ ਹੈ ਨਾ, ਜੇਕਰ ਇੱਦਾਂ ਦੇ ਸੈਂਟੈਂਸ ਆਉਂਦੇ ਨਾ, ਜਿਵੇਂ ਆਹ ਦੇਖੋ ਲਿਖਿਆ ਹੀ ਪੇਂਟਡ ਦਾ ਡੋਰ ਬਲੂ, ਇਹਨਾਂ ਵਿੱਚ ਹੈਲਪਿੰਗ ਵਰਬ ਨਹੀਂ ਹੈਗਾ। ਜੇਕਰ ਹੈਲਪਿੰਗ ਵਰਬ ਨਹੀਂ ਹੈਗਾ ਤਾਂ ਇਹ ਥੋੜ੍ਹੇ ਜਿਹੇ ਤੁਹਾਡੇ ਲਈ ਡਿਫੀਕਲਟ ਆ। ਡੂ, ਡਸ ਤੇ ਡਿਡ ਦੇ ਨਾਲ ਅਸੀਂ ਇਹਨਾਂ ਨੂੰ ਇੰਟੈਰੋਗੇਟਿਵ ਬਣਾ ਸਕਦੇ ਹਾਂ। ਇਹ ਬੱਚਿਓ ਤੁਹਾਨੂੰ ਫਰਦਰ ਫਿਰ ਵੱਖਰੀ ਵੀਡੀਓ ਬਣਾ ਕੇ ਦੱਸਾਂਗੇ ਕਿੱਦਾਂ ਇਹਨਾਂ ਸੈਂਟੈਂਸ ਨੂੰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਕੇ ਜਿਹੜੇ ਸਿੰਪਲ ਸੈਂਟੈਂਸ ਹੈਗੇ ਹੈਲਪਿੰਗ ਵਰਬ ਵਾਲੇ ਜਾਂ ਮੋਡਲਸ ਵਾਲੇ, ਉਹ ਤੁਸੀਂ ਇੰਟੈਰੋਗੇਟਿਵ ਆਪ ਬਣਾ ਲੈਣੇ ਆ, ਕੋਈ ਮੁਸ਼ਕਲ ਨਹੀਂ ਹੋਣੀ ਤੁਹਾਨੂੰ। ਨੈਕਸਟ ਹੈ ਕਨਵਰਟ ਦਾ ਫੋਲੋਇੰਗ ਸੈਂਟੈਂਸਿਸ ਇੰਟੈਰੋਗੇਟਿਵ ਸੈਂਟੈਂਸ ਇਨਟੂ ਅਸਰਟਿਵ। ਇੰਟੈਰੋਗੇਟਿਵ ਨੂੰ ਅਸਰਟਿਵ 'ਚ ਬਣਾਉਣਾ, ਯਾਨੀ ਪ੍ਰਸ਼ਨਵਾਚਕ ਨੂੰ ਸਿੰਪਲ ਸੈਂਟੈਂਸ ਬਣਾਉਣਾ। ਦੇਖੋ ਆਰ ਯੂ ਔਨ ਲੀਵ ਟੂਡੇ, ਇਹਦੇ ਵਿੱਚ ਵੀ ਹੈਲਪਿੰਗ ਵਰਬ ਦੇਖਣੀ। ਹੈਲਪਿੰਗ ਵਰਬ ਕਿਹੜੀ ਆ? ਆਰ। ਜਿਵੇਂ ਆਪਾਂ ਅੱਗੇ ਹੈਲਪਿੰਗ ਵਰਬ ਵਿੱਚੋਂ ਕੱਢ ਕੇ ਬਾਹਰ ਲੈ ਦੀ ਸੀ, ਇੱਦਾਂ ਹੀ ਅਸੀਂ ਇੱਦਾਂ ਹੈਲਪਿੰਗ ਵਰਬ ਨੂੰ ਫਿਰ ਉਸ ਤੋਂ ਅਗਲੇ ਜਿਹੜਾ ਵਰਡ ਹੈਗਾ ਉਸ ਤੋਂ ਅੱਗੇ ਲੈ ਆਉਣਾ। ਜਿਵੇਂ ਆਰ ਯੂ ਆ ਅਤੇ ਯੂ ਆਰ ਕਰ ਦੇਣਾ। ਠੀਕ ਹੈ, ਵਾਜ਼ ਦਾ ਟ੍ਰੇਨ ਆ, ਦਾ ਟ੍ਰੇਨ ਵਾਜ਼ ਕਰ ਦੇਣਾ। ਠੀਕ ਹੈ, ਵਰ ਦਾ ਬॉयਜ਼ ਆ, ਦਾ ਬॉयਜ਼ ਵਰ ਕਰ ਦੇਣਾ। ਐਮ ਆਈ ਆ, ਆਈ ਐਮ ਕਰ ਦੇਣਾ। ਯਾਨੀ ਜਿਹੜਾ ਸਬਜੈਕਟ ਆ, ਕੰਮ ਕਰਨ ਵਾਲਾ ਆ, ਉਹਦੇ ਤੋਂ ਬਾਅਦ 'ਚ ਅਸੀਂ ਹੈਲਪਿੰਗ ਵਰਬ ਨੂੰ ਕਰ ਦਾਂਗੇ ਅਤੇ ਸਾਡਾ ਜਿਹੜਾ ਆ ਇੰਟੈਰੋਗੇਟਿਵ ਆ ਉਹ ਅਸਰਟਿਵ ਸੈਂਟੈਂਸ ਬਣ ਜਾਣਾ। ਇੱਦਾਂ ਕਰਕੇ ਸਾਰੇ ਤੁਸੀਂ ਬਣਾ ਸਕਦੇ ਹੋ। ਠੀਕ ਹੈ, ਹੁਣ ਜਿਵੇਂ 10ਵਾਂ ਸੈਂਟੈਂਸ ਹੈ ਡਿਡ ਹੀ, ਠੀਕ ਹੈ ਨਾ, ਤਾਂ ਉੱਥੇ ਨਾ ਹੀ ਡਿਡ, ਹੀ ਡਿਡ ਨਹੀਂ ਹੋਣਾ, ਉੱਥੇ ਥੋੜ੍ਹਾ ਜਿਹਾ ਚੇਂਜ ਹੈਗਾ, ਸੌਰੀ ਗਲਤ ਹੋ ਗਿਆ। ਠੀਕ ਹੈ, ਕਿਉਂਕਿ ਆਪਾਂ ਜਿਹੜੇ ਡੂ ਡਸ ਅਤੇ ਡਿਡ ਵਾਲੇ ਆ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਕਿਵੇਂ ਕਰਨੇ ਆ। ਉਹਦੇ ਵਿੱਚ ਆਪਾਂ ਨੂੰ ਸਿਰਫ ਵਰਬ ਦੀ ਸੈਕਿੰਡ ਫਾਰਮ ਲਾਉਣੀ ਸੀ। ਠੀਕ ਹੈ, ਇਹਨੂੰ ਬਾਅਦ 'ਚ ਕਰਾਂਗੇ। ਸੋ ਨੈਕਸਟ ਦੇਖਦੇ ਹਾਂ ਕੀ ਆ। ਪੋਜ਼ੀਟਿਵ ਸੈਂਟੈਂਸ ਨੂੰ ਨੈਗੇਟਿਵ ਫਾਰਮ 'ਚ ਬਣਾਉਣਾ ਆ।
ਇਹਦੇ ਵਿੱਚ ਉਹਨਾਂ ਨੇ ਸੋਲਵ ਨਹੀਂ ਕੀਤੇ, ਤੁਸੀਂ ਆਪ ਕਰਨੇ ਆ। ਇਹ ਤੁਹਾਨੂੰ ਦੱਸਿਆ ਵੀ ਕਿਵੇਂ ਪੋਜ਼ਿਟਿਵ ਨੈਗੇਟਿਵ ਬਣਾਉਣਾ। ਤੁਸੀਂ ਹੈਲਪਿੰਗ ਵਰਬ ਦੇਖਣੀ ਆ, ਦੇਖੋ ਹੈਲਪਿੰਗ ਵਰਬ ਦੇ ਦਿੱਤੀ ਹੋਈ ਸਾਰੀ, ਉਸ ਤੋਂ ਬਾਅਦ 'ਚ ਨੋਟ ਲਾਈ ਜਾਣਾ। ਦ ਡਰੈਸ ਇਜ਼ ਵੈਰੀ ਕੋਸਟਲੀ, ਹੈਲਪਿੰਗ ਵਰਬ ਹੈ ਇਜ਼, ਇਸ ਤੋਂ ਬਾਅਦ ਲਾ ਦੇਣਾ ਨੋਟ। ਦ ਡਰੈਸ ਇਜ਼ ਨੋਟ ਵੈਰੀ ਕੋਸਟਲੀ। ਦ ਨੇਬਰ ਵਾਜ਼ ਹੈਗਾ ਹੈਲਪਿੰਗ ਵਰਬ, ਵਾਜ਼ ਤੋਂ ਬਾਅਦ ਨੋਟ ਲਾ ਦੇਣਾ। ਠੀਕ ਹੈ, ਇਹਦੇ ਵਿੱਚ ਵੀ ਡੂ ਡਸ ਤੇ ਡਿਡ ਵਾਲੇ ਕੁਛ ਆਉਣਗੇ ਜਿਨ੍ਹਾਂ 'ਚ ਹੈਲਪਿੰਗ ਵਰਬ ਨਹੀਂ ਹੈਗੀ, ਉਹ ਬੱਚੋ ਤੁਸੀਂ ਨਹੀਂ ਕਰਨੇ, ਉਹ ਆਪਣੇ ਟੀਚਰ ਦੀ ਹੈਲਪ ਦੇ ਨਾਲ ਕਰਨੇ ਆ, ਜਾਂ ਆਪਾਂ ਨੈਕਸਟ ਵੱਖਰੀ ਵੀਡੀਓ ਬਣਾਵਾਂਗੇ ਉਹਨਾਂ ਦੇ ਲਈ। ਇਸੇ ਤਰ੍ਹਾਂ ਨੈਗੇਟਿਵ ਨੂੰ ਪੋਜ਼ੀਟਿਵ ਬਣਾਉਣਾ। ਨੋਟ ਲੱਗਾ, ਨੋਟ ਨੂੰ ਚੁੱਕ ਵਿੱਚੋਂ ਮਿਟਾ ਦੇਣਾ। ਸ਼ੀ ਇਜ਼ ਨੋਟ ਐਨ ਆਈਡਲ ਬॉय, ਨੋਟ ਕੱਟ ਦੇਣਾ, ਸ਼ੀ ਇਜ਼ ਐਨ ਆਈਡਲ ਬॉय। ਜਿੱਥੇ ਨੋਟ ਲੱਗਾ ਨੋਟ ਚੱਕ ਦੇਣਾ ਬਸ ਤੁਸੀਂ। ਹਾਂ, ਜਿੱਥੇ ਡੂ ਡਸ ਤੇ ਡਿਡ ਵਾਲੇ ਸੈਂਟੈਂਸ ਆਉਣਗੇ ਉਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਕਰਨਾ ਹੈ, ਕਿਉਂਕਿ ਤੁਹਾਡੇ ਕੋਲ ਹਾਲ ਦੀ ਘੜੀ ਨਹੀਂ ਆਉਣੇ, ਉਹ ਤੁਹਾਨੂੰ ਵੱਖਰੇ ਦੱਸਾਂਗੇ। ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਤੁਸੀਂ ਕਰ ਸਕਦੇ ਹੋ। ਅੱਗੇ ਐਕਸਕਲਾਮੇਟਰੀ ਤੇ ਅਸਰਟਿਵ ਸੈਂਟੈਂਸ। ਐਕਸਕਲਾਮੇਟਰੀ ਸੈਂਟੈਂਸ ਨੂੰ ਐਕਸਰਟਿਵ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ? ਦੇਖੋ, ਵਾਟ ਅ ਲਵਲੀ ਸੀਨ, ਇਹ ਹੈਗਾ ਐਕਸਕਲਾਮੇਟਰੀ, ਇਟ ਇਜ਼ ਏ ਲਵਲੀ ਸੀਨ। ਠੀਕ ਹੈ, ਮੋਸਟਲੀ ਇਟ ਇਜ਼ ਨਾ ਬਣਨੇ ਆ, ਬਾਕੀ ਤੁਸੀਂ ਜਿਹੜਾ ਆ ਦਿੱਤਾ ਵਹੀ ਵਿਸ਼ ਨਾਲ ਵੀ ਕੀਤਾ ਹੋਇਆ। ਹੁਰਰਾ ਵੀ ਹੈਵ ਵਨ ਦਾ ਮੈਚ, ਵੀ ਆਰ ਵੈਰੀ ਹੈਪੀ ਦੈਟ ਵੀ ਹੈਵ ਵਨ ਦਾ ਮੈਚ। ਇਸ ਤਰ੍ਹਾਂ ਕਰਕੇ ਇਹ ਥੋੜ੍ਹੇ ਜਿਹੇ ਤੁਹਾਨੂੰ ਡਿਫੀਕਲਟ ਲੱਗਣਗੇ, ਪਰ ਹੋ ਜਾਣਗੇ। ਅੱਛਾ, ਅਸਰਟਿਵ ਤੇ ਨੈਗੇਟਿਵ ਸੈਂਟੈਂਸਿਸ, ਇਹਦੇ ਵਿੱਚ ਵੀ ਹੈਲਪਿੰਗ ਵਰਬ ਆ। ਠੀਕ ਹੈ, ਇਹ ਆਪਾਂ ਕਰ ਚੁੱਕੇ ਹਾਂ, ਸ਼ਾਇਦ ਸਲਾਈਡ ਦੁਬਾਰਾ ਆ ਗਈ ਹੈ। ਸੋ ਬੱਚੋ, ਇਹ ਸੀ ਆਪਣਾ ਲੈਸਨ ਵੈਲਿਊ ਆਫ ਮਨੀ। ਇਹਦੇ ਵਿੱਚ ਕੁਐਸਚਨ ਆਨਸਰ ਵੀ ਆਪਾਂ ਕਰ ਲਏ ਆ, ਕਿਹਨੂੰ ਕਿਹਾ, ਸਪੀਕਰ ਅਤੇ ਲਿਸਨਰ ਵੀ ਕਰ ਲਿਆ। ਕੁਛ ਸੈਂਟੈਂਸਿਸ ਦੇ ਬਾਰੇ, 5 ਤਰ੍ਹਾਂ ਦੇ ਸੈਂਟੈਂਸ ਆ, ਤੁਸੀਂ ਮਾਈਂਡ ਦੇ ਵਿੱਚ ਰੱਖਣੇ ਆ ਵੀ ਕਿਹੋ ਜਿਹੇ ਸੈਂਟੈਂਸ ਹੁੰਦੇ ਉਹ ਸਾਰੇ। ਠੀਕ ਹੈ, ਅਸਰਟਿਵ ਸੈਂਟੈਂਸ, ਇੰਟੈਰੋਗੇਟਿਵ ਸੈਂਟੈਂਸ, ਇੰਪੈਰੇਟਿਵ ਸੈਂਟੈਂਸ, ਐਕਸਕਲਾਮੇਟਰੀ ਸੈਂਟੈਂਸ, ਅਪਡੇਟਿਵ ਸੈਂਟੈਂਸ। ਕਿਉਂਕਿ ਜੇਕਰ ਤੁਹਾਨੂੰ ਪਤਾ ਹੋਊਗਾ ਵੀ ਸੈਂਟੈਂਸਿਸ ਕਿਸ ਤਰ੍ਹਾਂ ਦੇ ਆ, ਕਿਹੜੇ ਸੈਂਟੈਂਸ ਕਿਹੜਾ ਹੁੰਦਾ ਆ, ਤਾਂ ਤੁਹਾਡੇ ਲਈ ਇੰਗਲਿਸ਼ ਨੂੰ ਜਿਹੜਾ ਜਾਣਨਾ ਸੌਖਾ ਹੋ ਜਾਏਗਾ। ਸੋ ਇਹ ਤੁਹਾਡੀ ਐਕਸਰਸਾਈਜ਼ ਸੀ। ਥੋੜ੍ਹੀ ਵੀਡੀਓ ਲੰਬੀ ਹੈ, ਪਰ ਧਿਆਨ ਦੇ ਨਾਲ ਤੁਸੀਂ ਸੁਣੋਗੇ, ਕਰੋਗੇ ਖੁਦ, ਅਤੇ ਤੁਹਾਨੂੰ ਕਾਫੀ ਚੀਜ਼ਾਂ ਸਮਝ ਲੱਗ ਜਾਣਗੀਆਂ। ਥੈਂਕਸ।